ਜਿਹੜੀ ਸਰਾਈ ਹੈਗੀ ਉਹਦਾ ਅਮਰੂਦ ਥੋੜਾ ਲੰਬਾ ਹੋਵੇਗਾ ਜੀ। ਜਿਵੇਂ ਪਹਿਲੇ ਕੜਾ ਹੁੰਦਾ ਸੀ ਉਹ ਲੰਮੀ ਬੋਤਲ ਵਾਲਾ, ਉਹਨੂੰ ਸਰਾਈ ਬੋਲਿਆ ਜਾਂਦਾ ਸੀ। ਉਸ ਕੜੇ ਨੂੰ ਸਰਾਈ ਬੋਲਿਆ ਜਾਂਦਾ ਸੀ, ਜਿਹਦੇ ਤੋਂ ਉਹਦਾ ਨਾਂ ਰੱਖਿਆ ਗਿਆ। ਪਿਛਲੀ ਸਾਈਡ ਹੁੰਦੀ ਬਰੀਕ ਹੈ, ਅੱਗੋਂ ਥੋੜਾ ਜਿਹਾ ਮੋਟਾ ਹੋ ਜਾਂਦਾ। ਇਹ ਗੋਲ ਹੋਵੇਗਾ। ਇਹ ਗਰਮੀ ਦੇ ਵਿੱਚ ਥੋੜਾ ਜਿਹਾ ਮਤਲਬ ਲੰਬਾਈ ਲੈਗਾ, ਸਰਦੀ ਵਿੱਚ ਇਹ ਗੋਲ ਮੋਲ ਹੋ ਜਾਂਦਾ, ਸਾਈਜ਼ ਮੋਟਾ ਜੀ। ਖਾਣ ਦੇ ਵਿੱਚ ਮਿਠਾਸ ਇਹਦੀ ਥੋੜੀ ਘੱਟ ਹੈ, ਸਰਾਈ ਇਹਦੇ ਤੋਂ ਮਿਠਾਸ ਦੇ ਵਿੱਚ ਜ਼ਿਆਦਾ ਬਿਹਤਰ ਹੈ। ਵਿਕਰੀ 'ਚ ਇਹਦੀ ਜ਼ਿਆਦਾ, ਖਾਣ ਦੇ ਵਿੱਚ ਉਹ ਚੰਗਾ। ਇਹ 5 ਫੁੱਟ ਦੀ ਉਹਦੀ ਹੁਣ ਕਟਾਈ ਹੋ ਗਈ। ਕਟਾਈ ਤੋਂ ਬਾਅਦ ਉਹ ਸਰਦੀ 'ਚ ਦੇਗਾ 2 ਝੋਲੀਆਂ, 2 ਵਾਰੀ ਕੱਢੇਗਾ ਉਹ ਫਲ। ਠੀਕ, ਇੱਕ ਵਾਰੀ ਹੁਣ ਕੱਢਣਾ ਉਹਨੇ ਜੀ, ਉਹ ਰੁਕ ਜਾਏਗਾ, ਉਹ ਪੱਕੇਗਾ ਉਹਦਾ ਫਲ ਪਹਿਲੇ ਮਹੀਨੇ 'ਚ। ਫਿਰ ਉਹ ਪਹਿਲੇ ਮਹੀਨੇ की ਝੋਲੀ ਕੱਢੇਗਾ, ਉਹ ਪੱਕੇਗੀ ਜਾ ਕੇ ਉਹਦੀ ਦੂਸਰੇ ਮਹੀਨੇ ਦੇ ਵਿੱਚ। ਲੇਕਿਨ ਉਹਦੀ ਤਦਾਦ ਇਹ ਵੀ ਅਗਰ ਮਾਲਕ ਖੁਦ ਵੇਚੇਗਾ ਨਾ ਤੇ 6 ਲੱਖ 7 ਲੱਖ ਰੁਪਇਆ ਵੀ ਵੱਟ ਸਕਦਾ ਹੁੰਦਾ। 1 ਸਾਲ 'ਚ 8 ਲੱਖ ਦਾ ਵੀ ਵੱਟ ਸਕਦਾ ਮਾਸ਼ਾਅੱਲਾ। ਹਾਂਜੀ। ਤੇ ਖਰਚਾ ਕਿੰਨਾ ਹੈ? ਖਰਚਾ ਉਹਦੇ ਪੌਦਿਆਂ ਤੇ ਹੀ ਹੈ ਜੀ ਜੀ, ਬਸ ਪੌਦੇ ਲਾਵਣ ਤੇ। ਲੇਕਿਨ ਉਹਦੇ 'ਚ ਖਰਚਾ ਹੀ ਹੈਗਾ ਵੀ ਉਹਦੇ ਤੇ ਫਸਲ ਨਹੀਂ ਵੇਚ ਸਕਦੇ। ਅੱਛਾ, ਯਾਨੀ ਉਹ ਫਿਰ ਸਿਰਫ ਅਮਰੂਦ ਦਾ ਜਿਹੜਾ ਨਫਾ ਉਹ ਹੀ ਮਿਲਣਾ, ਸਿਰਫ ਅਮਰੂਦ ਹੀ ਤੁਸੀਂ ਲਾ ਸਕਦੇ ਹੋ। ਛੋਟਾ ਟਰੈਕਟਰ ਇਸਤੇਮਾਲ ਕਰ ਸਕਦੇ ਜਿਹੜਾ ਬਿਲਕੁਲ ਨਵੇਂ ਆਏ ਨੇ। ਇਹਨੂੰ ਤਕਰੀਬਨ 15 ਸਾਲ ਰੱਖੋ, 15 ਸਾਲ ਤੋਂ 2 ਸਾਲ ਰਹਿੰਦੇ ਆਂਦੇ ਥੱਲੇ ਬਾਗ ਨਵਾਂ ਲਾ ਦਿਓ। ਅੱਛਾ, 2 ਸਾਲ ਇਹਨੂੰ ਪੱਟਣ ਤੋਂ ਪਹਿਲਾਂ ਨਾ ਥੱਲੇ ਪੌਦੇ ਲਗਾ ਦਿਓ। ਠੀਕ ਹੈ, ਜਦੋਂ ਉਹ ਪੌਦੇ ਤੁਹਾਡੇ ਸੈੱਟ ਹੋ ਜਾਣ ਦੇ ਇਹ ਬਾਗ ਤੁਹਾਨੂੰ ਤੁਸੀਂ ਵੇਚ ਦਿਓ, ਤੁਹਾਨੂੰ ਚੰਗੀ ਭਲੀ ਆਮਦਨ ਦੇ ਦੇਗਾ। ਅੱਛਾ, ਵੇਚੋਗੇ ਤੁਸੀਂ ਜਦੋਂ ਇਹ ਤਕਰੀਬਨ 4-5 ਲੱਖ ਦੇ ਫਿਰ ਪੌਦੇ ਵਿਕ ਜਾਂਦੇ ਤੁਹਾਡੇ। 1 ਏਕੜ ਦੇ ਪੌਦੇ ਖੜੇ ਨੇ, ਇੰਨੇ ਦੇ ਵਿਕ ਜਾਂਦੇ 600 ਨੂੰ ਮਾਣੇ। अस्सलाम वालेकुम। वालेकुम सलाम रहमतुल्लाह बरकातो। सर की हाल है? ठीक ठाक जी, खैरियत। तुसी सुनाओ अपने? जी अल्लाह पाक दा बहुत शुक्र है। जनाब दा की नाम है? मेरा नाम अब्दुल वाहिद है जनाब। अब्दुल वाहिद साहब, सब तो पहले दोस्तां नूं ए जेड़ा जनाब दा इलाका है एदा तसल्ली नाल मुकम्मल तारफ करवा दिओ। ये जनाब साडा आरावाला ਜਿਹੜੀ तहसील है ना, ये जिला पाकपतन ਦੇ ਵਿੱਚ ਪੈਂਦੀ है। जिला पाकपतन है, तहसील आरावाला, गाँव 35 ਚੱਕ। 35 वाली पुली मशहूर है जी। बहावनगर रोड चल रहा जी इत्थे। ਚੱਕ 35 EB 35 EB 35 वाली पुली स्टाप है साडा। सर ਇਹ ਜਿਹੜੀ ਅਮਰੂਦਾਂ ਦੀ ਕਿਸਮ ਜਨਾਬ ਕੋਲ ਮੌਜੂਦ ਹੈ, ਦੋਸਤਾਂ ਨੂੰ ਇਹ ਦੱਸੋ ਕਿ ਕਿਹੜੀ ਕਿਹੜੀ ਕਿਸਮ ਤੁਹਾਡੇ ਕੋਲ ਮੌਜੂਦ ਹੈ ਤੇ ਇਸ ਕਿਸਮ ਦੀ ਕੀ ਖੂਬੀ ਹੈ, ਕੀ ਖਸੂਸੀਅਤ ਹੈ? ਇਹ ਜਨਾਬ ਇਸ ਟਾਈਮ ਸਾਡੇ ਕੋਲ ਆ ਜਿਹੜਾ ਵੇਖ ਰਿਹਾ ਜੀ ਤੁਸੀਂ, ਇਹ ਚਾਈਨਾ ਗੋਲ ਹੈ ਜੀ। ਇਹ ਨਵੀਂ ਵੈਰਾਈਟੀ ਆਈ ਤਕਰੀਬਨ ਇਹ 1995 ਦੇ ਵਿੱਚ ਇਹ ਸਟਾਰਟ ਹੋਈ ਹੈ। ਠੀਕ ਹੈ, ਤਕਰੀਬਨ ਇਹਨੂੰ ਮੇਰਾ ਖਿਆਲ 25 ਸਾਲ ਹੋ ਗਏ ਨੇ ਇਹਨੂੰ ਚੱਲਦੀ ਪਈ ਨੂੰ। ਤੇ ਸਭ ਤੋਂ ਬਿਹਤਰ ਇਹਦਾ ਰਿਜ਼ਲਟ ਨਿਕਲਿਆ ਕਿ ਫਲ ਬਹੁਤ ਦਿੰਦੀ ਹੈ। ਇੱਕ ਇਹਦਾ ਸਾਈਜ਼ ਬਹੁਤ ਮੋਟਾ ਹੋ ਜਾਂਦਾ। ਕਿ ਦੂਰ ਇਲਾਕਿਆਂ ਦੇ ਵਿੱਚ ਨਾ, ਮਰਦਾਨ ਹੋ ਗਿਆ, ਕਰਾਚੀ ਹੋ ਗਿਆ, ਇਸਲਾਮਾਬਾਦ ਹੋ ਗਿਆ, ਇਹਨਾਂ ਇਲਾਕਿਆਂ ਦੇ ਵਿੱਚ ਇਹ ਮਤਲਬ ਜ਼ਿਆਦਾ ਵਿਕਦਾ ਪਿਆ। ਪਹਿਲੇ ਸਾਡੇ ਹੁੰਦਾ ਸੀ ਸਰਾਈ, ਛੋਟੀ ਸਰਾਈ ਤੇ ਵੱਡੀ ਸਰਾਈ ਸ਼ਰਕਪੁਰ ਦੀ ਸੀ। ਉਹ ਇੱਕ ਤਾਂ ਮਤਲਬ ਪਹਿਲੇ ਗੇਤਰੀ ਆ ਜਾਂਦੀ ਸੀ, ਉਹਨੂੰ ਕੀੜਾ ਖਪਿਆ ਜਾਂਦਾ ਸੀ, ਉਹ ਨਾਕਾਮ ਹੋ ਗਈ। ਉਸ ਤੋਂ ਬਾਅਦ ਫਿਰ ਸਰਦੀ ਦੇ ਵਿੱਚ ਉਹਨੂੰ ਕੋਰਾ ਪੈਂਦਾ ਸੀ, ਬਰਫ਼ ਜਿਹੜੀ ਪੈਂਦੀ ਨਾ, ਕੋਰਾ ਪੈਂਦਾ, ਉਹਦੇ ਨਾਲ ਨੁਕਸਾਨ ਹੋਇਆ ਤੇ ਉਹ ਬੂਟੇ ਕਿਹੜੇ ਨਾਲ ਲੋਕੀ ਖਤਮ ਕਰਨ ਲੱਗ ਪਏ ਜੀ। ਉਹ ਮਤਲਬ ਸੁੱਕ ਜਾਂਦੀ। ਇਹ ਕੋਰਾ ਵੀ ਬਰਦਾਸ਼ਤ ਕਰਦਾ। ਜਿਹੜੇ ਪੌਦੇ ਖੜੇ ਤੁਸੀਂ ਵੇਖ ਰਹੇ ਜੀ ਨਾ, ਇਹਨਾਂ ਦੀ ਸਿਰਫ ਉਮਰ ਹੈਗੀ ਇਸ ਟਾਈਮ 1.5 ਸਾਲ ਦੀ। 20 ਬੀਜਣ ਤੋਂ ਬਾਅਦ 1.5 ਸਾਲ ਦੇ ਇਸ ਟਾਈਮ ਹੋਏ ਨੇ। ਤੇ ਕੋਈ ਪੌਦੇ ਵਿੱਚ ਡੋਡੀਆਂ ਲਈ ਖਲੇ ਨੇ, ਇਹ ਮਤਲਬ ਫਲ ਤੇ ਆਏ ਖਲੇ ਨੇ। ਇਹ ਹੁਣ ਲੱਗਣ ਦੇ ਇਸ ਟਾਈਮ ਕਾਬਲ ਨੇ। ਯਾਨੀ ਕਿ ਜਿਹੜਾ ਚਾਈਨਾ ਗੋਲਾ ਇਹ ਅਮਰੂਦ ਦੀ ਕਿਸਮ ਹੈ, ਨਸਲ ਹੈ ਬਿਹਤਰ ਹੈ। ਹਾਂ, ਇਹ ਬਹੁਤ ਬਿਹਤਰ ਹੈ ਜੀ। ਬਹੁਤ ਮਤਲਬ ਦੂਜਿਆਂ ਪੌਦਿਆਂ ਨਾਲੋਂ ਇਲਾਹਾਬਾਦੀ ਗੋਲਾ ਚੱਲਦਾ ਰਿਹਾ ਪਹਿਲੇ, ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਛੋਟੀ ਸਰਾਈ ਆ ਗਈ ਸ਼ਰਕਪੁਰ ਦੀ, ਉਹ ਖਤਮ ਹੋ ਗਈ। ਫਿਰ ਗੋਲਡਨ ਗੋਲਾ ਇੱਕ ਆਇਆ ਸੀ, ਉਹ ਹੈਗਾ ਇੱਧਰ ਆਪਣਾ ਸੁਖਪੁਰ ਹੈਗਾ ਕਸੂਰ ਵਾਲੀ ਸਾਈਡ ਤੇ, ਉਹ ਚੱਲਦਾ ਰਿਹਾ, ਉਹ ਖਤਮ ਹੋ ਗਿਆ। ਲਾਹੌਰ ਦੇ ਇਲਾਕੇ 'ਚ ਗੋਲਾ ਲਾਹੌਰੀ ਗੋਲਾ ਵੱਜਦਾ, ਉਹ ਵੀ ਨਾਕਾਮ ਹੋ ਗਿਆ। ਲੇਕਿਨ ਇਹ ਬਹੁਤ ਬਸਤ ਜਾ ਰਿਹਾ ਜੀ। ਤਕਰੀਬਨ ਇਹ ਕਿੱਲੇ ਦੇ ਵਿੱਚ ਮਾਲਕ ਨੂੰ ਆਮਦਨ ਬਹੁਤ ਦਿੰਦਾ। ਅਗਰ ਖੁਦ ਕਾਸ਼ਤ ਕਰੇਗਾ ਨਾ ਤੇ ਉਹ 4-5 ਲੱਖ ਰੁਪਇਆ 1 ਸਾਲ ਦਾ ਕਮਾ ਲੈਂਦਾ ਮਾਸ਼ਾਅੱਲਾ ਮਾਲਕ ਜਿਹੜਾ। ਸਰ ਜਿਹੜਾ ਆਮ ਆਦਮੀ ਹੈ, ਜਿਹੜੇ ਦੋਸਤ ਬਾਗ ਲਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕਿੰਜ ਅੰਦਾਜ਼ਾ ਹੋਏਦਾ ਕਿ ਇਹ ਜਿਹੜੀ ਅਮਰੂਦ ਦੀ ਕਿਸਮ ਹੈ ਇਹ ਚਾਈਨਾ ਗੋਲ ਹੈ ਜਾਂ ਕਿ ਜਿਹੜੀ ਦੂਸਰੀ ਤੁਸੀਂ ਕਹਿ ਰਹੇ ਹੋ ਛੋਟੀ ਸਰਾਹੀ ਜਾਂ ਵੱਡੀ ਸਰਾਹੀ ਜਿਹਦਾ ਜ਼ਿਕਰ ਕਰਦੇ ਹੋ ਪਏ? ਦੋਸਤਾਂ ਨੂੰ ਥੋੜੀਆਂ ਜਿਹੀਆਂ ਕੋਈ ਚੰਦ ਇੱਕ ਨਿਸ਼ਾਨੀਆਂ ਦੱਸੋ। ਹਾਂ, ਇਹ ਸੁਣ ਲਓ ਜਨਾਬ, ਕਿਹੜਾ ਨਾ ਜਿਹੜੀ ਸਰਾਹੀ ਹੈਗੀ ਉਹਦਾ ਅਮਰੂਦ ਥੋੜਾ ਲੰਬਾ ਹੋਵੇਗਾ ਜੀ। ਜਿਵੇਂ ਪਹਿਲੇ ਕੜਾ ਹੁੰਦਾ ਸੀ, ਉਹ ਲੰਮੀ ਬੋਤਲ ਵਾਲਾ, ਉਹਨੂੰ ਸਰਾਹੀ ਬੋਲਿਆ ਜਾਂਦਾ ਸੀ। ਉਸ ਕੜੇ ਨੂੰ ਸਰਾਹੀ ਬੋਲਿਆ ਜਾਂਦਾ ਸੀ, ਜਿਹਦੇ ਤੋਂ ਉਹਦਾ ਨਾਂ ਰੱਖਿਆ ਗਿਆ। ਪਿਛਲੀ ਸਾਈਡ ਹੁੰਦੀ ਬਰੀਕ ਹੈ, ਅੱਗੋਂ ਥੋੜਾ ਜਿਹਾ ਮੋਟਾ ਹੋ ਜਾਂਦਾ। ਇਹ ਗੋਲ ਹੋਵੇਗਾ। ਇਹ ਗਰਮੀ ਦੇ ਵਿੱਚ ਥੋੜਾ ਜਿਹਾ ਮਤਲਬ ਲੰਬਾਈ ਲੈਗਾ, ਸਰਦੀ ਵਿੱਚ ਇਹ ਗੋਲ ਮੋਲ ਹੋ ਜਾਂਦਾ, ਸਾਈਜ਼ ਮੋਟਾ ਜੀ। ਖਾਣ ਦੇ ਵਿੱਚ ਮਿਠਾਸ ਇਹਦੀ ਥੋੜੀ ਘੱਟ ਹੈ, ਸਰਾਈ ਇਹਦੇ ਤੋਂ ਮਿਠਾਸ ਦੇ ਵਿੱਚ ਜ਼ਿਆਦਾ ਬਿਹਤਰ ਹੈ। ਵਿਕਰੀ 'ਚ ਇਹਦੀ ਜ਼ਿਆਦਾ, ਖਾਣ ਦੇ ਵਿੱਚ ਉਹ ਚੰਗਾ। ਮਾਰਕੀਟ ਦੀ ਚਾਈਨਾ ਗੋਲਾ ਦੀ ਜ਼ਿਆਦਾ ਹੈ, ਇਹਦੀ ਜ਼ਿਆਦਾ ਹੈ ਜੀ, ਕਿਉਂਕਿ ਇਹਨੂੰ ਇਹ ਜਿਹੜਾ ਖਰਾਬ ਨਹੀਂ ਹੁੰਦਾ, ਇਹ ਮੋਟਾ ਬਹੁਤ ਸਾਈਜ਼ ਦਾ ਮੋਟਾ ਹੋ ਜਾਂਦਾ ਜੀ। ਜਿਹੜੀ ਉਹ ਮਤਲਬ ਸਰਾਈ ਹੈ ਉਹ ਉਸ ਵਕਤ ਆਉਂਦੀ ਹੈ ਜਦੋਂ ਸਭ ਅਮਰੂਦ ਚੱਲ ਪੈਂਦੇ ਨੇ। ਇਹ ਉਸ ਵਕਤ ਆਉਂਦਾ ਹੈ ਜਦੋਂ ਅਮਰੂਦ ਦੇ ਦੂਸਰੇ ਜਿਹੜੇ ਇਲਾਕਿਆਂ ਦੇ ਬੰਦ ਹੁੰਦੇ ਨੇ, ਤੇ ਇਹ ਪਹਿਲਾਂ ਸਟਾਰਟ ਹੁੰਦਾ ਤੇ ਐਂਡ ਤੱਕ ਤਕਰੀਬਨ 5ਵੇਂ ਮਹੀਨੇ ਤੱਕ ਅਮਰੂਦ ਮਾਰਕੀਟ ਦੇ ਵਿੱਚ ਜਾ ਰਿਹਾ ਹੁੰਦਾ ਜੀ।
ਯਾਨੀ ਕਿ ਇੱਕ ਦਾ ਬੈਨੀਫਿਟ ਹੈ ਵੀ ਕਿ ਇਹਦੇ ਤੋਂ ਜਿਹੜਾ ਫਲ ਹੈ ਉਹ ਲੌਂਗ ਟਰਮ ਮਿਲਦਾ ਹੈ, ਜ਼ਿਆਦਾ ਅਰਸਾ ਮਿਲਦਾ ਹੈ, ਜ਼ਿਆਦਾ ਅਰਸਾ ਮਿਲਦਾ ਬਿਲਕੁਲ। ਜ਼ਿੰਦਾਬਾਦ ਜੀ, ਬੜੀ ਅੱਛੀ ਖੂਬੀ ਦਸੀ ਹੈ। ਇਹ ਸਰ ਤੁਸੀਂ ਜ਼ਿਕਰ ਕੀਤਾ ਨਾ ਜਿਹੜੇ ਅਮਰੂਦ ਤਿਆਰ ਹੁੰਦੇ ਉਦੋਂ ਪਤਾ ਚੱਲੇਦਾ। ਇਹ ਸਾਹਮਣੇ ਪੌਦਾ ਜਿਹੜਾ ਪਨੀਰੀ ਹੈ ਚਾਈਨਾ ਗੋਲਾ ਜਿਹੜੀ ਕਿਸਮ ਹੈ ਉਹਦੀ ਹੈ, ਇੱਥੋਂ ਦੱਸੋ ਹਾਂ ਕਿ ਜਿਹੜੇ ਕੋਈ ਪੱਤੇ ਨੇ ਜਾਂ ਪੌਦਾ ਉਹ ਕਿਸ ਕਿਸਮ ਦਾ ਹੁੰਦਾ ਹੈ? ਇਹਦੇ ਦੇਖ ਲਓ ਨਾ, ਜੇ ਇਹ ਪੱਤੇ ਤੁਸੀਂ ਗੌਰ ਨਾਲ ਵੇਖ ਲਓ ਜੀ, ਠੀਕ ਹੈ। ਇਹ ਪੱਤੇ ਦਾ ਥੋੜਾ ਰਿਜ਼ਲਟ ਮਾਰੋ, ਇਹ ਪੱਤੇ ਜ਼ਿਆਦਾ ਕੱਢੇਗਾ, ਟਾਹਣੀਆਂ ਇਸ ਤਰ੍ਹਾਂ ਜ਼ਿਆਦਾ ਉੱਤੋਂ ਕੱਢ ਜਾਏਗਾ। ਅੱਛਾ, ਸ਼ਾਖਾਂ ਜ਼ਿਆਦਾ ਕੱਢ ਜਾਏਗਾ। ਜਿਹੜਾ ਮਤਲਬ ਉਹ ਪਹਿਲੇ ਸਰਾਈ ਚੱਲਦੀ ਸੀ ਨਾ, ਉਹਦੇ ਪੱਤੇ ਦੇ ਵਿੱਚ ਜਿਵੇਂ ਇਹ ਪੌਦਾ ਖੜਾ ਸਰਾਈ ਦਾ ਸਾਡੇ ਕੋਲ। ਅੱਛਾ, ਇਹ ਸਰਾਈ ਦਾ, ਇਹਨੂੰ ਦੇਖੋ ਜੀ ਇਸ ਤਰ੍ਹਾਂ ਵੱਟ ਪੈ ਜਾਂਦਾ ਨਾ। ਅੱਛਾ, ਇਹ ਵੱਟ ਪੈ ਜਾਂਦਾ। ਅੱਛਾ, ਇਹ ਜਿਹੜਾ ਸਰਾਈ ਕਿਸਮ ਹੈ ਉਹਦੀ ਨਿਸ਼ਾਨੀ ਹੈ, ਉਹਦੀ ਨਿਸ਼ਾਨੀ। ਤੇ ਜਿਹੜਾ ਚਾਈਨਾ ਗੋਲ ਹੈ ਉਹਦੀ ਨਿਸ਼ਾਨੀ? ਉਹ ਚਾਈਨਾ ਗੋਲੇ ਨੂੰ ਇਸ ਤਰ੍ਹਾਂ ਵੱਟ ਨਹੀਂ ਪਵੇਗਾ ਜੀ। ਅੱਛਾ, ਯਾਨੀ ਉਹ ਸਿੱਧਾ ਹੋਏਗਾ, ਉਹਦਾ ਜਿਹੜਾ ਪੱਤਾ ਹੈ ਉਹ ਸਿੱਧਾ ਹੋਏਗਾ, ਥੱਲੋਂ ਹੀ ਸ਼ਾਖਾਂ ਕੱਢਣਾ ਸ਼ੁਰੂ ਕਰ ਦੇਗਾ ਜੀ। ਕਟਾਈ ਮੰਨ ਜੀ ਜੀ, ਇਹਦੀ ਡੋਡੀ ਤੋੜ ਲਓਗੇ, ਇੱਥੇ ਇਹਨੂੰ ਨਾਲ ਫਲ ਲੱਗ ਜਾਏਗਾ ਜੀ। ਠੀਕ ਹੈ। ਇਹ ਨਾਲ ਕੱਢੀ ਆਂਦਾ ਫਲ ਥੋੜਾ ਖਰਾਬ ਹੋ ਗਿਆ, ਦੇਖੋ ਜੀ ਨਾ। ਜੀ ਜੀ, ਇਹ ਥੋੜਾ ਖਰਾਬ ਹੋ ਗਿਆ, ਇੱਥੇ ਡੋਡੀ ਲੱਗੀ ਸੀ। ਠੀਕ ਹੈ, ਸੁੰਡੀ ਜੀ ਪਈ ਹੈ ਜੀ ਜੀ, ਥੋੜੀ ਜਿਹੀ ਨਾ ਉਹ ਥੋੜਾ ਜਿਹਾ ਮਸਲਾ ਬਣ ਗਿਆ, ਇਹਨੂੰ ਖਰਾਬ ਹੋ ਗਿਆ। ਤੇ ਸਰ ਤੁਹਾਡੇ ਕੋਲ ਅਮਰੂਦ ਦੀ ਕਿਹੜੀ ਕਿਹੜੀ ਕਿਸਮ ਦੀ ਪਨੀਰੀ ਮੌਜੂਦ ਹੈ ਇਸ ਟਾਈਮ? ਸਾਡੇ ਕੋਲ ਜਨਾਬ ਆਪਣਾ ਚਾਈਨਾ ਗੋਲਾ ਖਲਾ, ਉਹ ਪਹਿਲੀ ਸਾਈਡ ਥੋੜਾ ਹੈਗਾ ਆਪਣਾ ਉਹ ਖਲਾ ਸਫੈਦ ਗੋਲਾ 5,000 ਪੌਦਾ ਉਹ ਹੈਗਾ ਜੀ। ਠੀਕ ਹੈ। ਚਾਈਨਾ ਗੋਲਾ ਤਕਰੀਬਨ 20,000 ਪੌਦਾ ਸਾਡੇ ਕੋਲ ਇਹ ਤਿਆਰ ਖੜਾ ਜਿਹੜਾ ਇਸ ਟਾਈਮ ਲੱਗਣ ਦੇ ਕਾਬਲ ਹੈ। ਠੀਕ ਹੈ। ਠੀਕ ਹੈ। ਛੋਟੀ ਸਰਾਈ ਤੇ ਔਰ ਉਧਰਲੇ ਪਾਸੇ ਥੋੜੀ ਜਿਹੀ ਨਾ ਉਹ ਕਮਾਂਦਾਰੀ ਸਾਈਡ ਤੇ ਛੋਟੀ ਸਰਾਈ ਦੇ ਕਿਆਰੀਆਂ ਵੀ ਖੜੀਆਂ ਨੇ, ਤੇ ਕੋਈ ਵੱਡੀ ਸਰਾਈ ਦੇ ਮਤਲਬ ਚੰਦ ਪੌਦੇ ਵੀ ਹੈਗੇ ਨੇ, ਕੋਈ ਲਾਣਾ ਚਾਹੇ ਨਾ ਸ਼ੌਕੀਆ ਤੌਰ ਜੀ ਜੀ, ਉਹ ਵੀ ਮਿਲ ਸਕਦੇ। ਬਾਕੀ ਟੂਬਲ ਦੇ ਉੱਤੇ ਉਧਰ ਕਾਫੀ ਖੜੇ ਨੇ ਪੌਦੇ। ਠੀਕ ਹੈ। ਸਾਈਡ ਤੇ ਸਰ ਜਿਹੜੇ ਦੋਸਤ ਅਮਰੂਦ ਦਾ ਬਾਗ ਲਗਵਾਉਣਾ ਚਾਹੁੰਦੇ ਨੇ, ਜਿਹੜਾ ਬਿਹਤਰ ਮੌਸਮ ਹੈ ਉਹ ਕਿਹੜਾ ਹੈ? ਮੌਸਮ ਇਹਦਾ ਜੀ ਜਨਾਬ ਅਗੜਾ ਨਾ ਹੁਣ ਸ਼ੁਰੂ ਹੋ ਗਿਆ ਜੀ, ਅੱਸੂ ਚੜ੍ਹਨਾ ਰਿਹਾ, ਬਰਸੀਨਾਂ ਦਾ ਮੌਸਮ ਹੁਣ ਸ਼ੁਰੂ ਹੋਣਾ ਹੈ ਜੀ। ਬਰਸੀਨ ਦੇ ਵਿੱਚ ਲੱਗਣ ਸ਼ੁਰੂ ਹੋਣੇ ਨੇ, ਤੇ ਤਕਰੀਬਨ ਇਹ ਕਣਕ ਨਿਸਰਨ ਤਿੱਕਰ ਜਦੋਂ ਕਣਕ ਸਿੱਟਾ ਕੱਢ ਲੈਂਦੀ ਹੈ ਉਨੀ ਤਿੱਕਰ ਮਤਲਬ ਇਹਦੀ ਜਿਹੜੀ ਨਾ ਲਾਗਤ ਇਹ ਮਤਲਬ ਲੱਗਦੇ ਰਹਿਣੇ ਜ਼ਮੀਨ ਦੇ ਵਿੱਚ। ਇਹ ਮੌਸਮ ਅੱਗੋਂ ਠੰਡ ਦਾ ਮੌਸਮ ਸ਼ੁਰੂ ਹੋ ਗਿਆ, ਤੇ ਠੰਡ ਦੇ ਇਲਾਕੇ ਨੂੰ ਇਹ ਪਸੰਦ ਕਰਦਾ, ਕਿਉਂਕਿ ਗਰਮੀ ਜਿਹਨੂੰ ਪੱਟ ਕੇ ਰੱਖਦੇ ਨੇ ਤੇ ਪੱਤੇ ਡਾਊਨ ਕਰ ਜਾਂਦਾ। ਹੁਣ ਇਹਨੂੰ ਪੱਟ ਕੇ ਰੱਖੋਗੇ ਤੁਸੀਂ ਤੇ ਪੱਤੇ ਪੁੱਤੇ ਨਹੀਂ ਸੱਟੇਗਾ, ਡਾਊਨ ਨਹੀਂ ਕਰੇਗਾ। ਜਿਵੇਂ ਪੱਟੋਗੇ ਭਾਵੇਂ 8 ਦਿਨਾਂ ਬਾਅਦ ਚੱਕੋਗੇ ਐਵੇਂ ਤਾਜ਼ਾ ਹੀ ਪਿਆ ਹੋਵੇਗਾ ਜੀ। ਤੇ ਜਿਹੜਾ ਅਮਰੂਦ ਦਾ ਬਾਗ ਲਗਾਉਣਾ ਹੈ ਉਸ ਵਾਸਤੇ ਕਿਸ ਕਿਸਮ ਦੀ ਜ਼ਮੀਨ ਦਰਕਾਰ ਹੈ? ਹਰ ਇੱਕ ਜ਼ਮੀਨ 'ਚ ਲੱਗ ਜਾਂਦਾ ਜਾਂ ਕਿ ਕੋਈ ਸਪੈਸ਼ਲ ਜ਼ਮੀਨ ਹੋਏ ਤੇ ਫੇਰ ਇਹ ਕਾਮਯਾਬ ਹੈ? ਕੁਝ ਇਲਾਕਿਆਂ ਦੇ ਵਿੱਚ ਜ਼ਮੀਨ ਕੋਈ ਐਸੀ ਹੈਗੀ ਵੀ ਉਹ ਜਿਹੜਾ ਸੇਮੀ ਇਲਾਕਾ ਜਿੰਦੇ 'ਚ ਸੇਮ ਦਾ ਇਲਾਕਾ ਬਹਾਵਨਗਰ ਦਾ ਇਲਾਕੇ ਨੇ, ਕੋਈ ਇਲਾਕਿਆਂ 'ਚ ਸੇਮ ਹੈ, ਉਹ ਸੇਮ ਦੇ ਇਲਾਕੇ ਦੇ ਵਿੱਚ ਇਹ ਨਹੀਂ ਚੱਲਦਾ, ਇਹ ਨਹੀਂ ਕਾਮਯਾਬ, ਬਿਲਕੁਲ ਨਹੀਂ ਕਾਮਯਾਬ ਹੈਗਾ। ਸੇਮ ਦੇ ਇਲਾਕੇ 'ਚ ਜਿੱਥੇ ਮਤਲਬ ਜਿੱਥੇ ਪਾਣੀ ਸੇਮ ਕੱਢ ਲੈਂਦੀ ਜਾਂ ਜ਼ਮੀਨ ਕਾਲੀ ਸ਼ਾਹ ਹੋ ਜਾਂਦੀ, ਕਾਲਾ ਕਲਰ ਕਹਿੰਦੇ ਨੇ ਉਹਨੂੰ, ਉਹਦੇ 'ਚ ਕਾਮਯਾਬ ਨੇ। ਅਗਰ ਉਹਦੇ 'ਚ ਕਾਮਯਾਬ ਕਰਨਾ ਨਾ ਕਿਸੇ ਦੋਸਤ ਨੇ, ਉਹ ਪਹਿਲੇ ਤੋਂ ਮਤਲਬ ਉਹਦਾ ਖੱਡਾ ਮਾਰੇ ਕਰੇਨ ਨਾਲ, ਕੋਈ 3 ਫੁੱਟ ਚੌੜਾ 3 ਫੁੱਟ ਡੂੰਘਾ, ਉਹਦੇ 'ਚ ਉਹ ਮਿੱਟੀ ਬਾਹਰ ਕੱਢ ਦੇ, ਬਾਹਰੋਂ ਮਿੱਟੀ ਨਹਿਰ ਦੀ ਭਲ ਲਿਆ ਕੇ ਪਾਈ ਜਾਵੇ। ਉਹਨੂੰ 15 ਤੋਂ 20 ਦਿਨ ਉਹਦੇ 'ਤੇ ਵਕਫਾ ਹੋਣਾ ਚਾਹੀਦਾ, ਉਹਨੂੰ ਪਾਣੀ ਲੱਗਦਾ ਰਹੇ ਖਾਲੀ। ਉਸ ਤੋਂ ਬਾਅਦ ਉਹਦੇ ਛੋਟਾ ਜਿਹਾ ਖੱਡਾ ਮਾਰ ਕੇ ਇਹ ਪੌਦਾ ਲਾਵੇ, ਇਨਸ਼ਾਅੱਲਾ ਉਹਦੀ ਕਾਮਯਾਬ ਹੋਵੇਗਾ ਔਰ ਉਹਨੂੰ ਪਤਾ ਲੱਗ ਜਾਏਗਾ ਬਾਗ ਤਿਆਰ ਹੋਇਆ ਖੜਾ। ਮਾਸ਼ਾਅੱਲਾ, ਜ਼ਿੰਦਾਬਾਦ ਸਰ, ਬੜੀ ਸੋਹਣੀ ਇਨਫੋਰਮੇਸ਼ਨ ਦਿੱਤੀ ਤੁਸੀਂ। ਇਹਦਾ ਬਾਗ ਅਸੀਂ ਤਿਆਰ ਕੀਤਾ ਬਹਾਵਨਗਰ ਹੁਨਾਬਾਦ ਰੋਡ ਤੋਂ ਅੱਗੇ ਡੂੰਘਾ ਮੁਗਾ ਆਉਂਦਾ, ਉਸ ਤੋਂ ਅਗਲੇ ਪਾਸੇ ਗੁਜਰੋ ਨਾ ਤੇ ਰੋਡ ਦੇ ਉੱਤੇ ਹੀ ਖੜਾ ਜੀ ਬਾਗ ਤਿਆਰ ਕੀਤਾ ਇਸੇ ਤਰੀਕੇ ਨਾਲ ਸੇਮ ਦੇ ਵਿੱਚ। ਠੀਕ ਹੈ, ਹਾਂਜੀ, ਜ਼ਿੰਦਾਬਾਦ ਜੀ। ਹੁਣ ਸਰ ਤੁਸੀਂ ਤਸੱਲੀ ਨਾਲ ਮਾਸ਼ਾਅੱਲਾ ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦੇ ਰਹੇ ਹੋ। ਦੱਸਣਾ ਕਿ ਜਿਹੜੇ ਅਮਰੂਦ ਦਾ ਬਾਗ ਹੈ ਉਹ ਕਿੰਨੀ ਕਿਸਮ ਦੇ ਲੱਗ ਸਕਦੇ ਨੇ, ਯਾਨੀ ਕਿ 1 ਏਕੜ 'ਚ ਕਿੰਨੇ ਪੌਦੇ ਲੱਗਣੇ ਨੇ, ਤੇ ਅਗਰ ਕਮ ਪੌਦੇ ਲਗਵਾਈਏ ਉਹਦਾ ਜ਼ਿਆਦਾ ਫਾਇਦਾ ਹੈ ਜਾਂ ਜ਼ਿਆਦਾ ਲਗਵਾਈਏ ਤੇ ਉਹਦਾ ਜ਼ਿਆਦਾ ਫਾਇਦਾ ਹੈ? ਇਹਨਾਂ ਦਾ ਜਿਹੜਾ ਖਰਚਾ ਹੈ ਉਹ ਕਿੰਨਾ ਹੁੰਦਾ ਹੈ ਤੇ ਇਹਨਾਂ ਦਾ ਕੀ ਕੀ ਫਾਇਦਾ ਹੈ ਉਹ ਮੁਕੰਮਲ ਦੱਸੋ। ਪੌਦੇ ਤਾਂ ਜਨਾਬ ਜਿਹੜਾ 15 ਫੁੱਟ ਤੇ ਲੱਗਦਾ ਨਾ, ਮਾਲਕ ਕਈ ਐਸੇ ਹੁੰਦੇ ਨੇ ਉਹਦੇ ਨੇ ਅਸੀਂ ਨੇ ਜੀ ਫਸਲ ਲੈਣਾ ਚਾਹਣੇ ਆ ਵੀ ਅਸੀਂ ਨਾਲ ਫਸਲ ਵੀ ਲਈਏ ਤੇ ਨਾਲ ਬਾਗ ਦੀ ਆਮਦਨ ਲਈਏ, ਉਹ ਅਸੀਂ ਲਗਾਉਣੇ ਆ 15 ਫੁੱਟ ਤੇ। ਇੱਧਰੋਂ ਵੀ 15 ਹੋਵੇਗਾ, ਇੱਧਰੋਂ ਵੀ 15 ਹੋਵੇਗਾ, ਸਾਈਡਾਂ ਛੱਡ ਕੇ 15 ਬਾਈ 15 ਤੇ ਉਹਨੂੰ ਲਾਇਆ ਜਾਂਦਾ। ਉਹ 100 ਤੇ 80 ਤੇ 85 ਪੌਦੇ 1 ਏਕੜ ਦੇ ਵਿੱਚ ਆਉਂਦੇ ਨੇ। ਅਗਰ ਉਹ 4-5 ਕਿੱਲੇ ਇਕੱਠੇ ਹੈਗੇ ਨੇ ਫਿਰ ਉਹ 200 ਪੌਦਾ ਵੀ ਆ ਸਕਦਾ, ਕਿਉਂ ਅਗਲੇ ਕਿੱਲੇ ਜਦੋਂ ਸ਼ਿਫਟ ਹੋਣਾ ਤੇ ਉਹ ਅੱਗੇ ਤਾਂ ਪਹਿਲੇ 1 ਕਿੱਲੇ ਦੀ ਲਾਈਨ ਮਿਸ ਹੋ ਜਾਣੀ, ਫਿਰ ਉਹ ਮਿਸ ਨਹੀਂ ਹੋਣੀ, ਲਾਈਨ ਬਾਈ ਲਾਈਨ ਚੱਲਦੇ ਰਹਿਣਾ, ਫਿਰ ਉਹ ਮਿਸ ਨਹੀਂ ਹੋਵੇਗੀ। ਫਿਰ ਉਹਦੇ ਵਿੱਚ ਤਕਰੀਬਨ 200 ਪੌਦਾ ਫੀ ਏਕੜ ਦੇ ਵਿੱਚ ਆ ਜਾਂਦਾ ਜੀ। ਠੀਕ ਹੈ, ਤੇ 8 ਤੋਂ 10,000 ਰੁਪਏ ਦਾ ਉਹਦਾ ਖਰਚਾ ਹੈ ਜੀ ਪੌਦੇ ਲਗਾਉਣ ਤੱਕ। ਬਾਕੀ ਖੁਰਾਕ ਹੁੰਦੀ ਕੋਈ ਨਹੀਂ ਹੈਗੀ, 2 ਸਾਲ ਤੱਕ ਉਹਨੂੰ ਕੋਈ ਖੁਰਾਕ ਨਹੀਂ ਦੇਣੀ। ਜੇ ਤੁਸੀਂ ਆਮ ਫਸਲ ਨੂੰ ਪਾ ਰਿਹਾ ਜੇ ਉਹ ਹੀ ਪਵੇਗੀ। ਨਰਮਾ ਉਹਦੇ 'ਚ ਹੋ ਜਾਂਦਾ, ਕਪਾਹ ਹੋ ਜਾਂਦੀ ਹੈ, ਮੱਕੀ ਹੋ ਜਾਂਦੀ, ਜਿਹੜੀ ਫਸਲ ਤੁਸੀਂ ਕੱਢੋਗੇ ਉਹ ਉਹਦੇ 'ਚ ਹੋਵੇਗੀ। ਇਹ ਜਿਹੜਾ 10,000 ਲਾਣਾ ਹੈ, ਹਾਂਜੀ, ਇਹਨੇ ਜਿਹੜੀ ਮਾਲਕ ਨੂੰ ਆਮਦਨ ਹੈ ਉਹ ਕਿੰਨੇ ਸਾਲ ਬਾਅਦ ਦੇਣੀ ਹੈ, ਤੇ 10,000 ਲਾ ਕੇ ਇਹਦੇ ਤੋਂ ਕਿੰਨੀ ਆਮਦਨ ਹੋਣੀ ਹੈ? ਇਹਦੇ 10,000 ਲਾ ਕੇ ਤੇ ਉਹਨੂੰ ਤੀਸਰੇ ਸਾਲ ਇਹਦੀ ਆਮਦਨ ਸ਼ੁਰੂ ਹੋਣੀ ਹੈ ਜੀ 15 ਫੁੱਟ ਵਾਲੀ ਦੀ। ਤੇ ਸਟਾਰਟਿੰਗ ਤੀਸਰੇ ਸਾਲ ਉਹਨੂੰ 1.25 ਲੱਖ ਤੋਂ 1.5 ਲੱਖ ਤੱਕ ਉਹ ਮਾਲਕ ਅਗਰ ਖੁਦ ਵੇਚੇਗਾ ਨਾ 2 ਲੱਖ ਤੱਕ ਵੀ ਜਾ ਸਕਦਾ। ਅਗਰ ਉਹ ਕਿਸੇ ਠੇਕੇਦਾਰ ਨੂੰ ਦੇਗਾ ਤੇ ਉਹ ਜ਼ਾਹਰ ਹੈ ਠੇਕੇਦਾਰ ਨੂੰ ਤਾਂ ਪੌਦੇ ਕਿੰਨੇ ਨੇ, ਉਹਨੇ ਆਪਣਾ ਖਰਚਾ ਵੀ ਪਾਣਾ ਹੈ, ਆਪਦੇ ਬਾਲਾਂ ਦਾ ਵੀ ਪਾਣਾ ਹੈ, ਜ਼ਮੀਨ ਦਾ ਸਾਰਾ ਖਰਚਾ ਪਾਣਾ ਉਹਨੇ ਤਾਂ ਫਿਰ ਥੋੜੇ ਪੈਸੇ ਘੱਟ ਦੇਣੇ ਨੇ। ਠੀਕ ਹੈ, ਤੇ ਜਿਹੜਾ 10 ਫੁੱਟ ਵਾਲਾ ਹੈ ਉਹਦੀ ਸਰ ਤਫਸੀਲ ਦੱਸੋ। ਜਿਹੜਾ 10 ਫੁੱਟ ਤੇ ਉਹ 400 ਪੌਦਾ ਫੀ ਏਕੜ 'ਚ ਲੱਗੇਗਾ। ਉਹ ਇਸ ਤਰ੍ਹਾਂ ਕਿੱਲੇ ਦੇ ਵਿੱਚ 20 ਬਾਈ ਲੱਗਣ ਦੀਆਂ 20 ਹੀ ਲੱਗਣ ਦੀਆਂ।
ਉਹ 20 ਲੈਣਾ ਇੱਧਰ ਨੇ 20 ਇਸ ਪਾਸੇ ਹੁੰਦੀ ਹੈ। ਕਿੱਲਾ 198 220 ਫੁੱਟ ਦਾ ਕਿੱਲਾ ਹੁੰਦਾ ਹੈ ਜੀ। ਠੀਕ ਹੈ। ਉਹਦੇ ਸਾਈਡਾਂ ਛੁੱਟ ਕੇ ਨਾ ਦੋ ਇੱਕ ਪਾਸੇ ਲੈਣਾ ਆ ਜਾਂਦੀਆਂ 18, ਦੂਸਰੇ ਪਾਸੇ ਲੈਣਾ ਆ ਜਾਂਦੀਆਂ 22। ਠੀਕ ਹੈ। ਉਹਦੀ ਐਵਰੇਜ 20/20 ਤੇ ਆਵੇਗੀ। 400 ਪੌਦਾ ਕਿੱਲੇ ਇੱਕ ਚ ਆਵੇਗਾ ਤੇ ਉਹਦੇ ਵਿੱਚ ਤੁਸੀਂ ਫਸਲ 3 ਸਾਲ ਤੱਕ ਬੀਜ ਸਕਦੇ ਜੀ। ਵੱਡੀ ਫਸਲ ਜਿਹੜੀ ਨਾ ਮੱਕੀ ਲਾ ਲਓ, ਕਪਾਹ ਲਾ ਲਓ, ਉਹ 3 ਸਾਲ ਤੱਕ ਕਰ ਸਕਦੇ ਜੀ। 3 ਸਾਲ ਤੋਂ ਬਾਅਦ ਉਹ ਫਸਲ ਨਹੀਂ ਬੀਜ ਸਕਦੇ। ਉਸ ਤੋਂ ਬਾਅਦ ਤੁਸੀਂ ਲੂਸਣ, ਬਰਸਣ, ਸਵਾਂਕ ਵਗੈਰਾ ਇਹ ਤੁਸੀਂ 10-12 ਸਾਲ ਤੱਕ, 15 ਸਾਲ, 20 ਸਾਲ ਤੱਕ ਲਿਜਾਣਾ ਚਾਹੁੰਦੇ ਜੀ, ਇਹ ਤੁਸੀਂ ਲਿਜਾ ਸਕਦੇ ਜੀ। ਠੀਕ ਹੈ। ਠੀਕ ਹੋ ਗਿਆ। ਉਹਦੀ ਜਿਹੜੀ ਆਮਦਨ ਹੈ ਉਹ ਤਕਰੀਬਨ 67 ਤੋਂ 3 ਲੱਖ ਤੋਂ ਸ਼ੁਰੂ ਹੁੰਦੀ ਜੀ ਉਹਦੀ। ਮਾਸ਼ਾਅੱਲਾ, ਯਾਨੀ ਇਹਦੀ ਆਮਦਨ ਜ਼ਿਆਦਾ ਹੈ। ਜ਼ਿਆਦਾ ਹੈ। ਮਾਲਕ ਖੁਦ ਸੇਲ ਕਰੇਗਾ ਨਾ ਅਮਰੂਦ ਮਾਰਕੀਟ ਦੇ ਵਿੱਚ ਜਾ ਕੇ ਤੇ ਉਹ 1 ਸਾਲ ਦਾ 3 ਲੱਖ 3.5 ਲੱਖ ਰੁਪਇਆ ਕਮਾਵੇਗਾ। ਠੀਕ ਹੈ। ਅਗਰ ਉਹ ਠੇਕੇਦਾਰ ਨੂੰ ਦੇਗਾ ਤਾਂ ਜ਼ਾਹਰ ਹੈ ਉਹ ਠੇਕੇਦਾਰ ਨੇ ਕੋਈ ਲੱਖ ਘੱਟ ਦੇਣਾ ਉਹਨੂੰ। ਜੀ ਜੀ। ਹੁਣ ਤਾਂ ਕਰ ਦੇਗਾ। ਲੋਕ ਬਿਹਤਰ ਹੈ ਵੀ ਖੁਦ ਆਪਦਾ ਇੱਕ ਵਾਰੀ ਚੈੱਕ ਕਰੇ, ਆਪਦਾ ਖੁਦ ਵੇਚੇ, ਆਪਣੀ ਫਸਲ ਵੀ ਲਵੇ। ਠੇਕੇਦਾਰ ਨੇ ਜਿਹੜਾ ਠੇਕੇਦਾਰ ਲੈਂਦਾ ਨਾ ਉਹ ਸਣੇ ਜ਼ਮੀਨ ਲੈਂਦਾ। ਤੇ ਸਰ ਜਿਹੜਾ ਤੁਸੀਂ ਇੱਕ ਜ਼ਿਕਰ ਕੀਤਾ 12 ਫੁੱਟ ਤੇ 6 ਫੁੱਟ, ਹਾਂ, ਉਹਦਾ ਜ਼ਰਾ ਜਿਹੜੀ ਤਫਸੀਲ ਹੈ ਉਹ ਦੱਸੋ। ਕਿੰਨਾ ਖਰਚਾ ਹੁੰਦਾ ਹੈ ਤੇ ਕਿੰਨੀ ਆਮਦਨ ਹੁੰਦੀ ਹੈ ਤੇ ਕਿੰਨੇ ਅਰਸੇ ਬਾਅਦ ਆਮਦਨ ਸ਼ੁਰੂ ਹੁੰਦੀ ਹੈ? ਉਹ ਸੁਣ ਲਓ ਜੀ। 12 ਫੁੱਟ ਤੇ ਇੱਕ ਪਾਸੇ 12 ਫੁੱਟ ਇੱਕ ਪਾਸੇ 6 ਫੁੱਟ ਉਹਦੇ ਚ ਪੌਦਾ ਆਵੇਗਾ 600 ਇੱਕ ਕਿੱਲੇ ਦੇ ਵਿੱਚ। ਉਹਦੇ 6 ਫੁੱਟ ਤੇ ਜਿਹੜੀ ਸਾਈਡ ਛੱਡੀ ਹੋਈ ਨਾ ਉਹ ਤੁਹਾਡੇ ਤੋਂ ਸਿਰਫ ਨਾ ਰੂਟਾ ਵਾਟਰ ਲੰਘ ਸਕਦਾ ਜੀ ਛੋਟਾ, ਉਹ 5 ਫੁੱਟ ਦਾ ਹੁੰਦਾ ਲੇਕਿਨ ਹਲ ਨਹੀਂ ਲੰਘਣ ਦੇ। ਦੂਸਰੀ ਸਾਈਡ ਤੁਸੀਂ ਖੁੱਲੀ ਵਾਹ ਸਕਦੇ ਜੀ। ਠੀਕ ਹੈ। ਉਹ ਸੂਰਜ ਦੇ ਹਿਸਾਬ ਨਾਲ ਸ਼ਮਾਲ ਤੇ ਜਨੂਬ, ਹਾਂ, ਉਹ ਸ਼ਮਾਲ ਜਨੂਬ ਲੱਗੇਗੀ ਇਸ ਸਾਈਡ ਤੇ। ਇਸ ਤਰ੍ਹਾਂ ਮਤਲਬ ਉਹਦਾ ਫਾਸਲਾ ਜਿਹੜਾ ਨਾ ਹੋਵੇਗਾ 12 ਫੁੱਟ ਤੇ ਇਸ ਰੁਖ ਹੁੰਦਾ ਹੋਵੇਗਾ 6 ਫੁੱਟ। ਅੱਛਾ। ਸੂਰਜ ਜਦੋਂ ਚੜੇ ਤੇ ਇਸ ਤਰੀਕੇ ਨਾਲ ਆਵੇ ਤਾਂ ਉਹਦੀ ਛਾਂ ਅਗਲੇ ਪੌਦੇ ਤੇ ਜਾਣੀ ਚਾਹੀਦੀ ਹੈ। ਸੂਰਜ ਦੀ ਧੁੱਪ ਵੀ ਜਾਣੀ ਚਾਹੀਦੀ ਹੈ ਅਗਲੀ ਸਾਈਡ ਤੇ। ਉਹਨੂੰ ਫਿਰ ਕਟਾਈ ਕਰਨੀ ਪੈਗੀ। ਪਹਿਲੇ ਸਾਲ ਉਹਦੀ ਨਾ ਇਸ ਤਰ੍ਹਾਂ ਕਟਾਈ ਹੋ ਜਾਏਗੀ। ਇਸ ਕਰਕੇ ਉਹਦੀ ਕਟਿੰਗ ਕਰ ਦਿਓ ਪਹਿਲੇ ਸਾਲ। ਜਦੋਂ ਉਹਦੀ ਕਟਾਈ ਹੋ ਜਾਏਗੀ ਉਹ ਲੈਨ ਬਾਈ ਲੈਨ ਹੋ ਜਾਏਗਾ ਜੀ। ਇੱਕ ਤਰ੍ਹਾਂ ਦਾ ਪੌਦਾ ਹੋ ਜਾਏਗਾ। ਉਹਦੀ ਜਿਹੜੀ ਆਮਦਨ ਹੈ ਸਭ ਤੋਂ ਜ਼ਿਆਦਾ ਜੀ। ਕਿੰਨੀ ਪਹਿਲੇ ਇਹ ਦੱਸੋ ਕਿ ਇਹ ਜਿਹੜਾ 600 ਪੌਦਾ ਲਾਣਾ ਹੈ ਕਿੰਨਾ ਖਰਚਾ ਹੋਣਾ ਹੈ ਤੇ ਕਿੰਨੀ ਆਮਦਨ ਹੋਣੀ ਹੈ? ਸੁਣ ਲਓ ਜੀ। 600 ਪੌਦੇ ਤੇ ਜਿਹੜਾ ਖਰਚਾ ਨੇ 100 ਪੌਦਾ ਲਾਉਣ ਵਾਸਤੇ 5000 ਖਰਚਾ। 100 ਪੌਦਾ ਲਾਈਏ ਨਾ ਉਹਦੀ ਕਟਿੰਗ ਵੀ ਪੈਣੀ ਹੈ, ਉਹਦੇ ਤੇ ਖੇਲ ਵੀ ਬਣਨੀ। ਉਹਦਾ 100 ਪੌਦੇ ਤੇ 100 ਲਾਉਣ ਵਾਸਤੇ 5000 ਰੁਪਇਆ ਖਰਚਾ। ਯਾਨੀ ਅਗਰ 600 ਵੇ ਤੇ ਉਹ 6-5 30000 ਹੋ ਗਿਆ। 6-5 30,000 ਰੁਪਇਆ ਉਹਦਾ ਖਰਚਾ ਹੈ ਇੱਕ ਕਿੱਲੇ ਦਾ। ਤੇ ਆਮਦਨ ਜਿਹੜੀ ਉਹਦੀ ਸਟਾਰਟ ਤਕਰੀਬਨ ਤੁਸੀਂ ਕਰਨੀ ਨਾ ਉਹ ਪਹਿਲੇ ਸਾਲ ਤਾਂ ਤੁਸੀਂ ਫਲ ਨਹੀਂ ਲੈਣਾ ਹੁੰਦਾ। ਫਲ ਉਹਨੂੰ ਪਹਿਲੇ ਸਾਲ ਲੱਗ ਜਾਏਗਾ ਲੇਕਿਨ ਉਹਦਾ ਫਲ ਤੋੜ ਦੇਣਾ। ਅੱਛਾ। ਇਸ ਤਰੀਕੇ ਨਾਲ ਨਾ ਉਹਦਾ ਫਲ ਤੋੜ ਦੇਣਾ, ਬੂਟਾ ਕਮਜ਼ੋਰ ਨਾ ਹੋ ਜਾਵੇ। ਠੀਕ ਹੈ। ਅਗੋ ਗਰਮੀ ਦਾ ਸਰਦੀ ਦਾ ਫਲ ਤੁਸੀਂ ਲੈਣਾ, ਪਹਿਲਾ ਗਰਮੀ ਦਾ ਫਲ ਆਵੇਗਾ, ਫਿਰ ਸਰਦੀ ਦਾ ਆਵੇਗਾ, ਉਹ ਵੀ ਤੋੜ ਦੇਣਾ ਜੀ। ਦੂਸਰੇ ਸਾਲ ਤੁਸੀਂ ਫਲ ਲੈਣਾ ਹੁੰਦਾ। ਠੀਕ ਹੈ। ਠੀਕ ਹੈ ਨਾ। ਉਹ ਜਿਹੜਾ ਇੱਕ ਪੌਦਾ ਲੱਗਿਆ ਹੈ ਨਾ 6 ਫੁੱਟ ਵਾਲਾ, ਉਹ 600 ਪੌਦਾ, ਇੱਕ ਪੌਦਾ ਤੁਹਾਡਾ ਪੂਰੇ ਸੀਜ਼ਨ ਦੇ ਵਿੱਚ ਉਹ 10 ਤੋਂ 15 ਕਾਟਨ ਦੇਗਾ। ਅੱਛਾ। ਇੱਕ ਪੌਦਾ। ਉੱਤੇ ਉਹ ਕਾਟਨ ਜਿਹੜਾ ਉਹ ਕਿੰਨੇ ਕਿਲੋ ਦਾ ਹੁੰਦਾ ਹੈ? ਕਾਟਨ ਹੁੰਦਾ ਤਕਰੀਬਨ 10 ਕਿਲੋ ਦਾ, 10-12 ਕਿਲੋ ਦਾ ਜਿਹੜਾ ਮਰਦਾਨ ਜਾਂਦਾ ਨਾ ਬਾਹਰਲੀ ਮੰਡੀਆਂ 'ਚ, 10-12 ਕਿਲੋ ਦਾ। ਅਗਰ ਤੁਸੀਂ ਉਹਦੀ ਐਵਰੇਜ ਲਾ ਲਓ ਵੀ 15 ਕਾਟਨ ਇੱਕ ਪੌਦਾ ਦੇ ਰਿਹਾ ਹੈ ਤੇ 100 ਪੌਦੇ ਦੇ 1500 ਕਾਟਨ ਹੋ ਗਿਆ। ਜੀ ਜੀ। ਠੀਕ ਹੈ। 600 ਪੌਦਾ ਤੇ ਉਹਦੇ ਮਤਲਬ ਕਿੰਨੇ ਹੋ ਗਿਆ ਜੀ? ਜਿਹੜੇ ਦੇਖਦੇ ਨੇ ਉਹ ਖੁਦ ਕੈਲਕੂਲੇਸ਼ਨ ਕਰ ਲੈਂਦੇ ਮਾਸ਼ਾਅੱਲਾ, ਸਮਝਦਾਰ ਦੋਸਤ ਨੇ। ਮਤਲਬ ਉਹ ਕਰ ਲੈਂਦੇ, ਉਹਦੀ ਤੁਸੀਂ ਐਵਰੇਜ ਕੱਢ ਲਓ ਤਕਰੀਬਨ ਉਹ 4 ਲੱਖ ਤੱਕ ਮਤਲਬ ਉਹ ਸਟਾਰਟ ਸ਼ੁਰੂ ਹੋ ਜਾਏਗਾ ਜੀ ਉਹਦਾ। ਮਾਲਕ ਅਗਰ ਖੁਦ ਉਹਨੂੰ ਮੰਡੀ ਭੇਜੇਗਾ ਤਾਂ 4 ਲੱਖ ਰੁਪਇਆ ਦੂਸਰੇ ਸਾਲ ਉਹ ਪਹਿਲੇ ਬੰਦਾ ਵਟੇਗਾ ਮਾਸ਼ਾਅੱਲਾ। ਹਾਂਜੀ। ਉਸ ਤੋਂ ਬਾਅਦ ਉਹ 5 ਲੱਖ ਵੀ ਜਾ ਸਕਦਾ, 6 ਲੱਖ ਵੀ ਜਾ ਸਕਦਾ ਅਗਰ ਅੱਲਾਹ ਤਾਲਾ ਨਾ ਮਤਲਬ ਕੋਈ ਮਿਹਰਬਾਨੀ ਕਰੇ, ਕੋਈ ਮੌਸਮ ਖਰਾਬ ਨਾ ਹੋ ਜੇ। ਮੌਸਮ ਦੀ ਵਜ੍ਹਾ ਤੋਂ ਆਣ ਕੇ ਉਹ ਠੇਕੇਦਾਰ ਥੋੜੇ ਨਾਕਾਮ ਵੀ ਹੋ ਜਾਂਦੇ ਨੇ, ਬਾਗਾਂ ਵਾਲੇ ਥੋੜੇ ਜਿਹੇ ਪਿੱਛੇ ਹੋ ਜਾਂਦੇ। ਹੁਣ ਬਾਰਿਸ਼ਾਂ ਪਈਆਂ ਨੇ ਪਿੱਛੇ ਜੇ, ਉਹ ਅਮਰੂਦ ਥੋੜਾ ਜਿਹਾ ਮਤਲਬ ਫੇਲ ਹੋ ਗਿਆ। ਅਮਰੂਦ ਬਹੁਤ ਬਣਿਆ ਹੋਇਆ ਸੀ, ਸੋਹਣਾ ਬਣਿਆ ਸੀ। ਠੀਕ ਹੈ। ਯਾਨੀ ਬਾਰਿਸ਼ ਨੁਕਸਾਨ ਕਰਦੀ ਹੈ, ਥੋੜਾ ਜਿਹਾ ਨੁਕਸਾਨ ਕਰ ਗਈ। ਉਹਨੂੰ ਲਗਾਤਾਰ ਪੈਂਦੀ ਨਾ, ਉਵੇਂ ਬਾਰਿਸ਼ ਬਹੁਤ ਫਾਇਦਾ ਦਿੰਦੀ ਹੈ। ਅਗਰ ਲਗਾਤਾਰ ਹੀ ਪਈ ਜਾਵੇ ਤਾਂ ਫਿਰ ਨੁਕਸਾਨ ਕਰਦੀ ਹੈ। ਜਿਹੜਾ ਨੁਕਸਾਨ ਹੈ ਅੱਲਾਹ ਮਾਫ ਕਰੇ ਸਿਰਫ ਬਾਰਿਸ਼ ਦੀ ਵਜ੍ਹਾ ਤੋਂ, ਜਾਂ ਕਿ ਜਿਹੜੀ ਕੋਈ ਬਿਮਾਰੀ ਹੈ, ਕੋਈ ਕੀੜੇ ਵਗੈਰਾ ਨੇ ਉਹ ਵੀ ਹਮਲਾ ਕਰਦੇ ਨੇ? ਬਿਮਾਰੀ ਨੂੰ ਹਮਲਾ ਕਰਦੇ ਜੀ। ਅਗਰ ਸਾਈਡ ਤੇ ਜਿਹੜੇ ਫਸਲ ਹੈ ਨਾ, ਇਹ ਜਿੱਥੇ ਬਾਗ ਲੱਗੇ ਹੋਏ ਨੇ ਉਹਦੇ ਗੌਰ ਨਾਲ ਅਗਰ ਤੁਸੀਂ ਮਾਲਕ ਕੋਈ ਬਾਗ ਲਾਉਂਦਾ ਤੇ ਉਹਦੇ ਤੇ ਨਾ ਤਾਂ ਦਰਖਤ ਹੋਵੇ ਜੀ। ਉਸ ਬਾਗ ਦੇ ਵਿੱਚ, ਉਸ ਬਾਗ ਦੇ ਵਿੱਚ ਜੰਮੂ ਨਹੀਂ ਹੋਣਾ ਚਾਹੀਦਾ, ਅੰਬ ਨਹੀਂ ਹੋਣਾ ਚਾਹੀਦਾ। ਅੰਬ ਤੇ ਮੱਖੀ ਆਉਂਦੀ, ਜੰਮੂ ਤੇ ਮੱਖੀ ਆਉਂਦੀ। ਠੀਕ ਹੋ ਗਿਆ। ਜੰਮੂ ਜਾਮਨ ਜਿਹਨੂੰ ਬੋਲਦੇ ਨੇ, ਜਾਮਨ ਤੇ ਮੱਖੀ ਆਉਂਦੀ, ਅੰਬ ਤੇ ਮੱਖੀ ਆਉਂਦੀ, ਉਹ ਨੁਕਸਾਨ ਕਰਦੀ ਉਹ ਬੂਟਿਆਂ ਤੇ। ਉਹ ਸਾਈਡ ਤੇ ਜਿਹੜੇ ਫਸਲਾਂ ਬੀਜਦੇ ਨੇ ਲੋਕੀ, ਉਹ ਮੱਕੀ ਫਿਰ ਨਾ ਇਸ ਬਾਗ ਚੋਂ ਨਿਕਲੀ, ਉਹ ਬਾਗ ਕਮਜ਼ੋਰ ਹੈ, ਉਹਦਾ ਮਾਲੀ ਕਮਜ਼ੋਰ ਹੈ, ਉਹਦੇ 'ਚ ਮੱਖੀ ਆ ਗਈ, ਇੱਧਰ ਸਪਰੇਵਾਂ ਕਰ ਰਿਹਾ, ਉਹ ਇੱਥੋਂ ਉੱਡੀ ਤੇ ਉਸ ਬਾਗ ਚਲੀ ਗਈ। ਜਦੋਂ ਇਹਦਾ ਅਸਰ ਖਤਮ ਹੋਣਾ, ਉਸ ਬਾਗ 'ਚ ਉੱਡੀ ਇਹ 'ਚ ਆ ਗਈ। ਉਹਦਾ ਬਿਹਤਰ ਹੈ ਵੀ ਉਹ ਸਾਰੇ ਬਾਗਾਂ ਵਾਲੇ ਮਤਲਬ ਉਹਨੂੰ ਸਪਰੇਅ ਕਰਨ ਨਾ। ਅਗਰ ਉਹ ਜਿਹੜੀ ਦਵਾ ਇੱਕ ਮਤਲਬ ਜਾ ਕੇ ਉਹ ਮਤਲਬ ਉਹਨਾਂ ਨਾਲ ਗੱਲ ਕਰਨ ਕਿ ਮਹਿਕਮੇ ਨੇ ਜ਼ਰਾਇਤ ਨਾਲ ਉਹ ਆਣ ਕੇ ਬਾਗ ਵੇਖਣ ਦੇ, ਬਾਗ ਵੇਖਣ ਤੋਂ ਬਾਅਦ ਤੁਹਾਨੂੰ ਜਿਹੜੀ ਵੀ ਦਵਾ ਦੱਸਣ, ਇੱਕ ਬੋਤਲਾਂ ਦਵਾ ਆਉਂਦੀ ਵੀ ਉਹ ਰੱਖ ਦਿੰਦੇ ਨੇ ਵਿੱਚ, ਬੰਨ ਦਿੰਦੇ ਨੇ ਬੂਟਿਆਂ ਨਾਲ, ਉਹਦੀ ਮੱਖੀ ਉਹਦੇ ਵਿੱਚ ਆਣ ਕੇ ਡਿੱਗ ਪੈਂਦੀ ਆਪੇ। ਠੀਕ ਹੈ। ਆਟੋਮੈਟਿਕ। ਬਾਕੀ ਸਪਰੇਅ ਉਹਨੂੰ ਸੁੰਡੀ ਵਾਲੀ ਤੁਸੀਂ ਜਿਹੜੀ ਆਮ ਕਪਾਹ ਨੂੰ ਕਰਦੇ ਜੇ ਨਾ ਜੀ, ਲੈਮਟਾ ਹੋ ਗਈ ਜਾਂ ਹੋਰ ਵਗੈਰਾ ਕੋਈ ਵੀ ਸਪਰੇਅ ਹੈਗਾ ਅੱਛੀ ਹੈਗੀ, ਉਹ ਤੁਸੀਂ ਕੁਆਲਿਟੀ ਦੀ ਕਰ ਸਕਦੇ ਜੀ। ਤੇ ਜਿਹੜਾ ਸਰ 5 ਫੁੱਟ ਵਾਲਾ 5 ਫੁੱਟ ਬਾਈ 5 ਫੁੱਟ ਤੇ ਤੁਸੀਂ ਲਾਉਂਦੇ ਹੋ ਬਾਗ, ਉਹਦੀ ਤਫਸੀਲ? ਜਿਹੜਾ 5 ਫੁੱਟ ਨਾ ਉਹ ਹੈਗਾ
ਉਹ ਹਾਈ ਸੈਂਟ ਦੇ ਵਿੱਚ ਆਉਂਦਾ ਇੰਡੀਆ ਦੇ ਵਿੱਚ, ਉਹ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਲਾਇਆ ਇੰਡੀਆ। ਅੱਛਾ ਰਿਜ਼ਲਟ? ਹਾਂ ਉਹਦਾ ਇੰਡੀਆ ਤੋਂ ਰਿਜ਼ਲਟ ਲਿਆ ਗਿਆ ਤੇ ਇੰਡੀਆ ਨੂੰ ਵੇਖ ਤੇ ਸਾਡੇ ਲੋਕ ਮਤਲਬ ਉਹਦੇ ਹੁਣ ਫਾਰਮ ਬਣਾ ਰਹੇ ਨੇ ਜੀ, ਲਾ ਰਹੇ ਨੇ। ਇੱਧਰ ਬਹਾਵਨਗਰ ਦੀ ਸਾਈਡ ਤੇ ਵੀ ਲਾ ਰਹੇ ਨੇ ਅੱਛੇ ਦੋਸਤ, ਇੱਧਰ ਸਾਡੇ ਬੈਠੇ ਨੇ ਜਨਾਬ ਪੀਰ ਬੈਠੇ ਨੇ, ਉਹਨਾਂ ਨੇ ਲਾਇਆ ਹੋਇਆ ਤੇ ਇੱਕ ਕੈਪਟਨ ਦਾ ਲੱਗਿਆ ਹੋਇਆ ਇੱਥੇ ਮਰਲਿਆਂ ਦੇ ਕੋਲੇ, ਤੇ ਉਹਦਾ ਰਿਜ਼ਲਟ ਇਹ ਵੀ 1600 ਪੌਦਾ ਕਿੱਲੇ ਦੇ ਵਿੱਚ ਜੀ, ਠੀਕ ਹੋ ਗਿਆ ਨੇ। ਉਹਦੀ ਕਟਾਈ ਸਾਲ ਦੇ ਵਿੱਚ ਹੁਣ ਇਸ ਟਾਈਮ ਅਮਰੂਦ ਕੱਢਣ ਲੈ ਚੁੱਕਿਆ ਇਹ ਮੌਸਮ ਦੇ ਵਿੱਚ ਨਾ, ਹੁਣ ਜਾ ਰਿਹਾ ਜੀ 9ਵਾਂ ਮਹੀਨਾ ਜਾ ਰਿਹਾ, 9ਵਾਂ ਮਹੀਨੇ 'ਚ ਗਰਮੀ ਦਾ ਅਮਰੂਦ ਲੈ ਗਿਆ ਤੇ ਹੁਣ ਉਹਦੀ ਕਟਾਈ ਹੋ ਗਈ ਜੀ ਉਸ ਬਾਗ ਦੀ ਜੀ। 5 ਫੁੱਟ ਦੀ ਉਹਦੀ ਹੁਣ ਕਟਾਈ ਹੋ ਗਈ। ਕਟਾਈ ਤੋਂ ਬਾਅਦ ਉਹ ਸਰਦੀ 'ਚ ਦੇਗਾ 2 ਝੋਲੀਆਂ, 2 ਵਾਰੀ ਕੱਢੇਗਾ ਉਹ ਫਲ। ਠੀਕ ਇੱਕ ਵਾਰੀ ਹੁਣ ਕੱਢਣਾ ਉਹਨੇ, ਜੀ, ਉਹ ਰੁਕ ਜਾਏਗਾ, ਉਹ ਪੱਕੇਗਾ, ਉਹਦਾ ਫਲ ਪਹਿਲੇ ਮਹੀਨੇ 'ਚ, ਫਿਰ ਉਹ ਪਹਿਲੇ ਮਹੀਨੇ 'ਚ ਝੋਲੀ ਕੱਢੇਗਾ, ਉਹ ਪੱਕੇਗੀ ਜਾ ਕੇ ਉਹਦੀ ਦੂਸਰੇ ਮਹੀਨੇ ਦੇ ਵਿੱਚ। ਲੇਕਿਨ ਉਹਦੀ ਤਦਾਦ ਇਹ ਵੀ ਅਗਰ ਮਾਲਕ ਖੁਦ ਵੇਚੇਗਾ ਨਾ ਤੇ 6 ਲੱਖ 7 ਲੱਖ ਰੁਪਇਆ ਵੀ ਵੱਟ ਸਕਦਾ ਹੁੰਦਾ। 1 ਸਾਲ 'ਚ? 1 ਸਾਲ 'ਚ 8 ਲੱਖ ਦਾ ਵੀ ਵੱਟ ਸਕਦਾ। ਮਾਸ਼ਾਅੱਲਾ। ਹਾਂਜੀ। ਤੇ ਖਰਚਾ ਕਿੰਨਾ ਹੈ? ਖਰਚਾ ਉਹਦੇ ਪੌਦਿਆਂ ਤੇ ਹੀ ਹੈ ਜੀ ਜੀ, ਬਸ ਪੌਦੇ ਲਾਵਣ ਤੇ, ਲੇਕਿਨ ਉਹਦੇ 'ਚ ਖਰਚਾ ਇਹ ਹੈਗਾ ਵੀ ਉਹਦੇ ਤੇ ਫਸਲ ਨਹੀਂ ਵੇਚ ਸਕਦੇ। ਅੱਛਾ, ਯਾਨੀ ਉਹ ਫਿਰ ਸਿਰਫ ਅਮਰੂਦ ਦਾ ਜਿਹੜਾ ਨਫਾ ਉਹ ਹੀ ਮਿਲਣਾ ਹੈ? ਸਿਰਫ ਅਮਰੂਦ ਹੀ ਤੁਸੀਂ ਲਾ ਸਕਦੇ ਹੋ। ਛੋਟਾ ਟਰੈਕਟਰ ਇਸਤੇਮਾਲ ਕਰ ਸਕਦੇ ਹੋ ਜਿਹੜਾ ਬਿਲਕੁਲ ਨਵੇਂ ਆਏ ਨੇ ਚਾਈਨਾ ਦੇ, ਜਾਂ ਤੁਸੀਂ ਮਤਲਬ ਬੰਦਿਆਂ ਤੋਂ ਉਹਨੂੰ ਗੋਡੀ ਕਰਾ ਲਓ, ਚੌਕੀ ਕਰਾ ਲਓ, ਉਹਦੇ 'ਚ ਕੋਈ ਹੱਲ ਨਹੀਂ ਵਾਹ ਸਕਦੇ ਹੋ। ਹਲ ਵਾਹਣ ਵਾਸਤੇ ਛੋਟੇ ਟਰੈਕਟਰ ਆਏ ਨੇ ਹੱਥ ਵਾਲੇ, ਉਹ ਇਸਤੇਮਾਲ ਕਰ ਸਕਦੇ ਜੀ। ਠੀਕ ਹੈ, ਠੀਕ ਹੈ, ਲੇਕਿਨ ਤੁਸੀਂ ਉਹਦੇ ਨਾਲ ਫਸਲ ਨਹੀਂ ਕੋਈ ਵੀ ਵੇਚ ਸਕਦੇ ਜੇ। ਉਹ ਜ਼ਮੀਨ ਸਿਰਫ ਅਮਰੂਦ ਵਾਸਤੇ ਹੀ ਕਾਮਯਾਬ ਹੈ, ਇਕੱਲੇ ਵਾਸਤੇ। ਸਰ ਜਿਹੜਾ ਤੁਸੀਂ ਬਾਗ ਲਗਾਉਂਦੇ ਹੋ, ਉਹ ਜਿਹੜੀ ਜ਼ਮੀਨ ਹੈ ਉਹਦੇ 'ਚ ਕੋਈ ਖਾਦ ਜਾਂ ਜਿਹੜਾ ਬਾਗ ਇਹਨੂੰ ਕੋਈ ਸਪਰੇ ਜਾਂ ਕੋਈ ਦਵਾਈ ਵਗੈਰਾ ਲਾਉਂਦੇ ਹੋ? ਨਹੀਂ, ਅਸੀਂ ਕੋਈ ਦਵਾਈ ਨਹੀਂ ਲਾਉਂਦੇ ਜੀ। ਅਸੀਂ ਸਾਡੀ ਪਨੀਰੀ ਖਲੀ ਦੇਖ ਲਓ ਜੀ, ਇਹਨੂੰ ਕੋਈ ਖਾਦ ਨਹੀਂ ਪਾਈ, ਕੋਈ ਦਵਾਈ ਨਹੀਂ ਪਾਈ, ਸਿਰਫ ਇਹਨੂੰ ਜ਼ਿੰਕ ਪਾਈ ਦੀ ਅਸੀਂ ਵੀ ਉਹਨੂੰ ਜ਼ਿੰਕ ਜਿਹੜੀ ਹੈ ਇਹਨੂੰ ਪੈਂਦੀ ਹੈ ਸਵਾਂਕ, ਅਸੀਂ ਵੀ ਬੋਲਦੇ ਹਾਂ ਜਿਹਨੂੰ ਸਿਵੀ, ਥੱਲੋਂ ਕਾਲੀ ਲੱਕੜ ਉਹ ਨਾ ਥੱਲੋਂ ਟੁੱਕ ਦਿੰਦੀ ਹੈ, ਉਹ ਸਿਵੀ ਨੂੰ ਖਤਮ ਕਰ ਦਿੰਦੀ। ਉਹਦੇ ਵਾਸਤੇ ਜ਼ਿੰਕ ਨੇ ਆ ਜਿਹੜੀ ਮੱਕੀ ਨੂੰ ਵੀ ਚੁੰਡੀ ਪਾਉਂਦੇ ਨੇ, ਇਹਨੂੰ ਜ਼ਿੰਕ ਬੋਲਦੇ ਨੇ। ਇੱਕ ਜ਼ਿੰਕ ਫਲੱਡ ਕਰਨ ਵਾਲੀ ਹੈ, ਇੱਕ ਜ਼ਿੰਕ ਦਾਣੇਦਾਰ ਹੈ, ਜ਼ਹਿਰ ਹੈ। ਮੋਨੋ ਦੇ ਵਿੱਚ ਲੈ ਲਓ ਕਿਹੜੀ ਮਤਲਬ ਤੁਹਾਨੂੰ ਮਿਲਦੀ ਹੈ, ਜਾਂ ਕਲੋਰੀ ਇੱਕ ਦਵਾਈ ਹੈ ਕਲੋਰੀ, ਉਹਦੇ ਵਾਸਤੇ ਸਪੈਸ਼ਲ ਸਿਵੀ ਵਾਸਤੇ। ਉਹ ਇੱਕ ਥੈਲੀ ਤਕਰੀਬਨ 5 ਕਿਲੋ ਦੀ ਹੈ। ਅਗਰ ਇੱਕ ਕਿੱਲੇ ਵਾਸਤੇ ਤੁਸੀਂ ਉਹ ਇਸਤੇਮਾਲ ਕਰਨਾ ਚਾਹਦੇ ਨਾ, ਤਕਰੀਬਨ ਉਹ ਸਾਡੇ ਕੋਲ ਸਾਲ ਨਹੀਂ ਮੁੱਕਦੀ। ਠੀਕ ਹੈ, 600 ਰੁਪਏ ਦੀ। ਬਾਕੀ ਜਿਹੜੀ ਫਸਲ ਨੂੰ ਖਾਦ ਪੈ ਰਹੀ ਹੈ ਉਹ ਤੁਸੀਂ ਇਹਨੂੰ ਆਟੋਮੈਟਿਕ ਆਪੇ ਲੱਗ ਜਾਏਗੀ। ਸਪੈਸ਼ਲ ਖਾਦ ਇਹਨੂੰ ਨਹੀਂ ਪਾਣੀ 2 ਸਾਲ ਤੱਕ। ਜਦੋਂ ਪੌਦਾ ਫਲ ਤੇ ਆ ਗਿਆ ਫਿਰ ਤੁਸੀਂ ਇਹਨੂੰ ਖਾਦ ਸ਼ੁਰੂ ਕਰੋ ਜੀ, ਨਾਈਟ੍ਰੋਫਾਸ, DAP, ਠੀਕ ਹੈ ਜੀ, ਗੁਆਰਾ। ਇਹ ਯੂਰੀਆ ਨਹੀਂ ਇਸਤੇਮਾਲ ਕਰਨੀ, ਜਿਹੜੀ ਯੂਰੀਆ ਉਦੋਂ ਇਸਤੇਮਾਲ ਕਰਨੀ ਜਦੋਂ ਇਹਦਾ ਫਲ ਪੱਕਦਾ ਨਹੀਂ ਪਿਆ, ਫਲ ਲੱਗਿਆ ਖਲਾ ਜੀ ਜੀ, ਫਲ ਮੋਟਾ ਖਲਾ ਵੀ ਉਹ ਮੰਡੀ 'ਚ ਰੇਟ ਹੈ ਤੇ ਫਲ ਪੱਕ ਨਹੀਂ ਰਿਹਾ। ਅੱਛਾ, ਉਦੋਂ ਤੁਸੀਂ ਇਹਨੂੰ ਯੂਰੀਆ ਦਾ ਧੱਕਾ ਲਾ ਦਿਓ। ਜ਼ਬਰਦਸਤ। ਹਾਂ, ਉਹਦੇ 'ਚ ਨਮਕ, ਯਾਨੀ ਵੈਸੇ ਯੂਰੀਆ ਨਹੀਂ ਕਰਨੀ ਇਸਤੇਮਾਲ? ਵੈਸੇ ਯੂਰੀਆ ਨਹੀਂ ਕਰਨੀ ਕਿਉਂਕਿ ਬੂਟੇ ਨੂੰ ਨੁਕਸਾਨ ਦਿੰਦੀ ਹੈ, ਬੂਟੇ ਨੂੰ ਮਤਲਬ ਇਹ ਸਕਾਵਣ ਤੱਕ ਪਹੁੰਚ ਜਾਂਦੀ ਹੈ। ਠੀਕ ਹੈ, ਸੁਕਾ ਦਿੰਦੀ ਹੈ। ਕਿੰਨੀ ਕਿ ਮਕਦਾਰ 'ਚ ਖਾਦ ਇਸਤੇਮਾਲ ਕਰਨੇ ਵੀ ਦੱਸ ਦਿਓ ਇੱਕ ਪੌਦੇ ਨੂੰ, ਬਾਅਦ ਘਾਟਾ ਵਾਧਾ ਵੀ ਹੋ ਜਾਂਦਾ। ਫੀ ਏਕੜ ਤੁਸੀਂ ਕਿੰਨੀ ਜਿਹੜੀ? ਹਾਂ ਬਿਲਕੁਲ, ਅਗਰ ਤੁਸੀਂ 15 ਫੁੱਟ ਦਾ ਪੌਦਾ ਲਾਇਆ ਹੈ ਨਾ ਜਿਹੜਾ, ਉਹਦੇ 180 ਪੌਦਾ ਹੈ, ਉਹਦੇ ਵਿੱਚ ਤੁਸੀਂ ਖਾਦ ਦੀਆਂ ਜੀ ਸਟਾਰਟਿੰਗ ਸ਼ੁਰੂ ਕਰਨੀਆਂ ਨੇ ਜੀ, ਅੱਧੀ ਬੋਰੀ DAP, ਅੱਧੀ ਬੋਰੀ ਪਟਾਸ, 1 ਬੋਰੀ ਗੁਆਰਾ, ਇਹ ਇਸਤੇਮਾਲ ਕਰਨੀ ਹੈ। ਯਾਨੀ ਕਿ ਉਹ ਬਣਦੀਆਂ ਨੇ 2 ਬੋਰੀਆਂ। ਠੀਕ ਹੈ, ਠੀਕ ਹੋ ਗਿਆ। ਜਦੋਂ ਪੌਦਾ ਮਤਲਬ ਕਾਫੀ ਉਮਰ ਦਾ ਹੋ ਜਾਂਦਾ, 3 ਸਾਲ ਦਾ, ਜਿਵੇਂ ਇਹ ਪਿੱਛੇ ਤੁਹਾਡੇ ਮਾੜਾ ਜੀ ਤੁਸੀਂ ਇਹ ਪਿੱਛੇ ਖੜਾ ਤੁਹਾਡੇ ਜੀ ਜੀ, ਠੀਕ ਹੈ, ਇਹ ਸਾਹਮਣੇ 3 ਸਾਲ ਦਾ ਜੀ, ਇਹ ਸਾਹਮਣੇ ਬਾਕੜਾ ਹੈ, ਇਸ ਟਾਈਮ 4 ਸਾਲ ਉਮਰ ਜੀ। ਮਾਸ਼ਾਅੱਲਾ ਦੀ ਉਮਰ 4 ਸਾਲ ਹੈ। ਹਾਂ, ਇਹਦੀ ਉਮਰ 4 ਸਾਲ ਹੈ ਤੇ ਇਹ ਤਕਰੀਬਨ ਅੱਧਾ ਕਿਲੋ ਖਾਦ ਮੰਗਦਾ ਜੀ। 50 ਕਿਲੋ ਦੀ ਕਿਹੜੀ ਖਾਦ ਹੈ ਨਾ, 50 ਕਿਲੋ ਦਾ ਤੋੜਾ ਹੁੰਦਾ, 25 ਪੌਦਿਆਂ ਨੂੰ ਇਸਤੇਮਾਲ ਹੋਵੇਗਾ। ਠੀਕ ਹੈ, 25 ਪੌਦਿਆਂ ਦੇ ਵਿੱਚ। ਸਰ ਆਖਰੀ ਸਵਾਲ ਹੈ ਤੇ ਬੜਾ ਅਹਿਮ ਸਵਾਲ ਹੈ, ਇਹ ਜਿਹੜਾ ਬਾਗ ਦੀ ਉਮਰ ਕਿੰਨੀ ਹੁੰਦੀ ਹੈ? ਇਸ ਬਾਗ ਦੀ ਇਸ ਬਾਗ ਦੀ ਉਮਰ ਹੈ ਨਾ ਜਿਹੜੀ, ਇਹਦੀ ਤਕਰੀਬਨ 15 ਤੋਂ 20 ਸਾਲ ਮਾਲਕ ਨੂੰ ਠੀਕ ਠਾਕ ਆਮਦਨ ਦਿੰਦਾ ਜੀ। ਇਹ ਜਿਹੜਾ ਚਾਈਨਾ ਗੋਲ ਹੈ? ਚਾਈਨਾ ਗੋਲਾ ਜਿਹੜਾ, ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਇਹਨੂੰ ਤਬਦੀਲ ਕਰ ਸਕਦੇ ਜੇ, ਇਹ ਫਿਰ ਵੱਡਾ ਹੋ ਜਾਏਗਾ। ਇਹ ਹੱਥ ਨਾਲ ਹੀ ਫਲ ਟੁੱਟੇਗਾ। ਜਦੋਂ ਕੁੰਡੀ ਨਾਲ ਫਲ ਤੋੜੋਗੇ ਉਹ ਫਲ ਅਮਰੂਦ ਥੱਲੇ ਡਿੱਗੇਗਾ, ਉਹ ਖਰਾਬ ਹੋ ਜਾਏਗਾ। ਇਹ ਹੱਥ ਤੋਂ ਲੰਘ ਜਾਂਦਾ, ਉੱਚਾ ਹੋ ਜਾਂਦਾ ਥੋੜਾ ਜਿਹਾ। ਠੀਕ ਹੈ, ਇਹਨੂੰ ਤਕਰੀਬਨ 15 ਸਾਲ ਰੱਖੋ। 15 ਸਾਲ ਤੋਂ 2 ਸਾਲ ਰਹਿੰਦੇ ਆਂਦੇ ਥੱਲੇ ਬਾਗ ਨਵਾਂ ਲਾ ਦਿਓ। ਅੱਛਾ, 2 ਸਾਲ ਇਹਨੂੰ ਪੱਟਣ ਤੋਂ ਪਹਿਲਾਂ ਨਾ ਥੱਲੇ ਪੌਦੇ ਲਗਾ ਦਿਓ। ਠੀਕ ਹੈ, ਜਦੋਂ ਉਹ ਪੌਦੇ ਤੁਹਾਡੇ ਸੈੱਟ ਹੋ ਜਾਣਦੇ, ਇਹ ਬਾਗ ਤੁਹਾਨੂੰ ਤੁਸੀਂ ਵੇਚ ਦਿਓ, ਤੁਹਾਨੂੰ ਚੰਗੀ ਭਲੀ ਆਮਦਨ ਦੇ ਦੇਗਾ। ਅੱਛਾ, ਵੇਚੋਗੇ ਤੁਸੀਂ ਜਦੋਂ, ਇਹ ਤਕਰੀਬਨ 4-5 ਲੱਖ ਦੇ ਫਿਰ ਪੌਦੇ ਵਿਕ ਜਾਂਦੇ ਤੁਹਾਡੇ। 1 ਏਕੜ ਦੇ? 1 ਏਕੜ ਦੇ ਪੌਦੇ ਕਿਹੜੇ ਨੇ ਇੰਨੇ ਦੇ ਵਿਕ ਜਾਂਦੇ, 600 ਨੂੰ ਮਾਣੇ। ਠੀਕ ਹੈ, ਬਾਲਾ ਨਿੰਦਾ। ਸਰ ਜਿਹੜੇ ਦੋਸਤ ਜਨਾਬ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਅਮਰੂਦ ਦੀ ਪਨੀਰੀ ਲੈਣਾ ਚਾਹੁੰਦੇ ਨੇ ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ, ਭਾਈ ਹਰਾਂ ਦਾ ਰਾਬਤਾ ਨੰਬਰ 0304 685 90 ਮੇਰਾ ਨੰਬਰ ਹੈ। ਜਦੋਂ ਮਰਜ਼ੀ ਮੇਰੇ ਨਾਲ ਰਾਬਤਾ ਕਰਨ। ਜਿਹਨੇ ਬਾਗ ਲਵਾਉਣਾ ਹੈ, ਸਾਡੇ ਕੋਲ ਨਾਲ ਬੰਦੇ ਵੀ ਹੁੰਦੇ ਨੇ, ਮਜ਼ਦੂਰ, ਹਰ ਚੀਜ਼ ਹੁੰਦੀ, ਲਾ ਕੇ ਵੀ ਦਿੰਦੇ ਹਾਂ ਅਗਲੇ ਨੂੰ ਜਾ ਕੇ ਮੌਕੇ 'ਤੇ, ਉਹਦੀ ਜ਼ਿੰਮੇਵਾਰੀ ਵੀ ਚੱਕਦੇ ਹਾਂ, ਬਕਾਇਦਾ ਗਰੰਟੀ ਦੇਵਾਂਗੇ ਇਹਦੀ ਪੌਦਿਆਂ ਦੀ। ਜਿਹੜਾ ਲਾਵਾਂਗੇ ਇਨਸ਼ਾਅੱਲਾ ਉਹ ਹੀ ਨਿਕਲੇਗਾ। ਸਾਡੀ 95% ਇਹਦੀ ਪੌਦਿਆਂ ਦੀ ਗਰੰਟੀ ਹੁੰਦੀ ਹੈ ਲਾਵਣ ਦੀ ਮਾਲਕ ਦੀ। ਠੀਕ ਹੈ, ਮੇਰੇ ਹੱਥਾਂ ਦੇ ਬਾਗ ਲੱਗੇ, ਕੋਈ ਦੋਸਤ ਵੇਖ ਰਹੇ ਨੇ। ਮੈਂ ਪਿਛਲੇ ਸਾਲ ਅਨਵਰ ਮਕਸੂਦ ਚਿਸ਼ਤੀ ਹੈਗਾ ਬਹਾਵਨਗਰ ਦਾ, ਬਹੁਤ ਜ਼ਿਆਦਾ ਉਹਦਾ ਰਕਬਾ ਹੈ, ਉਹਦਾ ਮੈਂ ਬਾਗ ਲਾ ਕੇ ਆਇਆ। ਕੋਈ ਅਗਰ ਦੋਸਤ ਉੱਧਰਲੇ ਰੈਸ਼ੀ ਹੈਗੇ ਨੇ ਤਾਂ ਮੇਰਾ ਬਾਗ ਵੇਖ ਸਕਦੇ ਨੇ ਲੱਗਿਆ ਹੋਇਆ।
ਇਹਦੇ ਨਾਲ ਦਾ ਲੱਗਿਆ ਚੈਨਾ ਗੋਲਾ ਸਦਾਬਹਾਰ ਦੇ ਵਿੱਚ। ਉਹਨੂੰ ਵੇਖ ਤੇ ਉਹਨੂੰ ਪੁੱਛ ਸਕਦੇ ਵੀ ਕਿ ਬਾਗ ਕੈਸੇ ਮਤਲਬ ਨਿਕਲਿਆ, ਰਿਜ਼ਲਟ ਨਿਕਲਿਆ। ਜੀ ਜੀ। ਪੀਰ ਸਾਬਤ ਹੈਗਾ ਚਿਸ਼ਤੀ, ਉਹ ਵੀ ਬਾਬਾ ਨਗਰ ਦਾ ਜੀ, ਉਹ ਵੀ ਪੀਰ ਨੇ। ਉਹਨਾਂ ਦੇ ਵੀ ਬਾਗ ਅਸੀਂ ਬਾਗ ਲਾਏ ਨੇ। ਮੇਰਾ ਨਾਮ ਅਬਦੁਲ, ਉਹਨੂੰ ਪੁੱਛ ਸਕਦਾ ਵੀ ਅਬਦੁਲ ਵਾਹਿਦ 35,000 ਕੋਲੋਂ ਵੀ ਅਸੀਂ ਕੋਲੋਂ ਪਨੀਰੀ ਲੈਣਾ ਚਾਹਣੇ ਆ, ਤੇ ਉਹਦੇ ਨਾਲ ਉਹ ਕੈਸਾ ਮਤਲਬ ਮੁੰਡਾ ਹੈਗਾ ਵੀ ਉਹ ਕੰਮ ਕਰ ਰਿਹਾ ਬਾਗ ਦੇ ਇਹਦੇ ਬਾਰੇ ਚ। ਠੀਕ ਹੈ। ਠੀਕ ਹੈ। ਉਸ ਤੋਂ ਬਾਅਦ ਜੀ ਪੀਰ ਸੁਲਤਾਨ ਚਿਸ਼ਤੀ, ਉਹ ਵੀ ਬਹਾਵਾ ਨਗਰ ਦੇ ਵਿੱਚ, ਉਹ ਮੇਜਰ ਰਿਟਾਇਰ ਹੋਇਆ ਇਸ ਟਾਈਮ। ਉਹ ਜ਼ਰਾਅਤ ਮਹਿਕਮੇ ਦੇ ਵਿੱਚ ਅਫੀਸਰ ਹੈ। ਉਹ ਸਾਡੇ ਕੋਲੇ ਚੱਕਰ ਵੀ ਲਾਉਂਦੇ ਨੇ, ਸਾਨੂੰ ਮਾਲੂਮਾਤ ਵੀ ਦਿੰਦੇ ਨੇ ਇਹਨਾਂ ਦੇ ਬਾਰੇ ਦੇ ਵਿੱਚ, ਬਾਗ ਦੇ ਬਾਰੇ ਚ, ਇਹਨੂੰ ਵੀ ਇਹਦਾ ਰਿਜ਼ਲਟ ਕਿਵੇਂ ਲੈਣਾ, ਅੱਗੇ ਇਹਦੀ ਮਤਲਬ ਫਲ ਕਿਵੇਂ ਲੈਣਾ, ਉਹ ਸਾਰਾ ਕੁਝ ਕਰਦੇ ਨੇ। ਉਹ ਮਤਲਬ ਬਾਗਾਂ ਦਾ ਵੀ ਨਾਲ ਮਤਲਬ ਸਾਨੂੰ ਲੈ ਕੇ ਜਾਂਦੇ ਨੇ, ਜਿਹੜੇ ਬਾਗ ਲਵਾਉਣੇ ਨੇ ਉਹਨੂੰ ਵੀ ਉੱਥੇ ਮਿਲ ਕੇ ਸਾਡਾ ਮਤਲਬ ਪਤਾ ਲੈ ਸਕਦੇ ਨੇ ਵੀ ਅਸੀਂ ਕੋਈ ਇਨਸ਼ਾਅੱਲਾ ਨਾਲ ਗਰੰਟੀ ਦੇਵਾਂਗੇ ਦੀ। ਸਾਡੇ ਨਾਲ ਰਾਬਤਾ ਕਰਨੇ। ਪਨੀਰੀ ਬਹੁਤ ਅੱਛੀ ਹੈ ਔਰ 1 ਨੰਬਰ ਚੈਨਾ ਗੋਲਾ ਹੈ। ਸੋਲਟ ਜਿਹੜਾ ਬੰਦਾ ਲਾ ਲੇਗਾ, ਅਗਰ ਉਹ ਮਤਲਬ ਸੰਘਣਾ ਲਾਣਾ ਚਾਹੁੰਦਾ, ਸੰਘਣਾ ਅਸੀਂ ਵੀ ਲਾਵਾਂਗੇ। ਅਗਰ ਉਹ ਮਤਲਬ ਆਂਦਾ ਮੈਂ ਫਸਲ ਮਿਲੇ ਮੈਨੂੰ ਨਾਲ ਬਾਗ ਵੀ ਮਿਲੇ, ਉਹ ਵੀ ਇਹਨੂੰ ਕਰਾਂਗੇ ਵੀ ਬਾਗ ਆਪਦਾ ਨਾਲ ਬਾਗ ਵੀ ਲਵੇ, ਫਸਲ ਵੀ ਲਵੇ। ਜਦੋਂ 1 ਸਾਲ ਬਾਗ ਲਾ ਲੇਗਾ, ਉਸ ਤੋਂ ਬਾਅਦ ਇੱਕ ਬੂਟਾ ਵਿੱਚ ਹੋਰ ਲਾ ਦੇਵੇ ਸੰਨ ਦੇ ਵਿੱਚ, ਉਹਦਾ ਬਾਗ ਡਬਲ ਹੋ ਜਾਏਗਾ। ਠੀਕ ਹੈ। ਅਗਰ ਉਹ ਖੁਦ ਕਰੇ ਤੇ ਖੁਦ ਕਰੇ, ਅਸੀਂ ਹਰ ਜ਼ਿੰਮੇਵਾਰੀ ਚੱਕਾਂਗੇ ਬਾਗ ਦੀ। ਨਹੀਂ ਮਾਸ਼ਾਅੱਲਾ, ਯਾਨੀ ਕਿ ਤੁਸੀਂ ਪੂਰੇ ਜ਼ਿੰਮੇਵਾਰੀ ਨਾਲ ਇਹ ਕੰਮ ਕਰਦੇ ਹੋ ਪਏ ਤੇ ਆਵਾਮ ਤੁਹਾਡੇ ਤੇ ਇਤਮਾਦ ਕਰਦੀ ਹੈ। ਬਿਲਕੁਲ ਇਨਸ਼ਾਅੱਲਾ ਜੀ, ਆਵਾਮ ਇਤਮਾਦ ਕਰਦੀ। ਜਿੱਥੇ ਅਸੀਂ ਬਾਗ ਲਾਏ ਨੇ ਉਹ ਸਾਨੂੰ ਅੱਗੇ ਆਰਡਰ ਵੀ ਲੈ ਕੇ ਦੇ ਰਹੇ ਨੇ। ਜੀ ਜੀ। ਕੋਈ ਸਰ ਬੰਦਾ ਅੱਛਾ ਕੰਮ ਕਰੇ, ਮੁਖਲਸ ਹੋ ਕੇ ਕੰਮ ਕਰੇ ਤੇ ਉਹ ਕੰਮ 'ਚ ਦਿਨ ਬ ਦਿਨ ਇਜ਼ਾਫਾ ਹੁੰਦਾ ਹੈ। ਤੇ ਸਰ ਤੁਹਾਡੇ ਕੋਲ ਸਿਰਫ ਅਮਰੂਦ ਦੀ ਪਨੀਰੀ ਮੌਜੂਦ ਹੈ ਜਾਂ ਕਿ ਇਸ ਤੋਂ ਇਲਾਵਾ ਹੋਰ ਵੀ ਪਨੀਰੀਆਂ ਤੁਹਾਡੇ ਕੋਲ ਮੌਜੂਦ ਨੇ? ਸਾਡੇ ਕੋਲ ਅਮਰੂਦ ਤੋਂ ਇਲਾਵਾ ਜਨਾਬ ਜਿਹੜਾ ਵੀ ਸਾਡੇ ਨਾਲ ਰਾਬਤਾ ਕਰੇ, ਮੇਰੀ ਅਸਲ ਰਿਹਾਇਸ਼ ਤੇ 35 ਚੱਕ ਦੀ ਹੈ ਔਰ ਮੈਂ ਪੱਤੋਕੀ ਦੇ ਵਿੱਚ ਇਹਦਾ ਮਤਲਬ 4-5 ਸਾਲ ਇਹਦਾ ਤਾਂ ਕੋਰਸ ਕੀਤਾ ਹੈ। ਜੀ ਜੀ। ਉੱਥੇ ਮੇਰੇ ਕੋਲ ਪੱਟੀ ਨਰਸਰੀ ਦੇ ਵਿੱਚ ਮੈਂ ਕੰਮ ਕੀਤਾ, ਚੌ ਨਰਸਰੀ 'ਚ ਕੰਮ ਕੀਤਾ। ਸਾਡਾ ਉੱਥੇ ਹੋਲਡ ਵੀ ਹੈ। ਠੀਕ ਹੈ। ਇੱਥੇ ਸਾਡਾ ਇਹਦਾ ਮਾਸ਼ਾਅੱਲਾ ਨਰਸਰੀ ਫਾਰਮ ਦਾ ਨਾਂ ਰੱਖਿਆ ਜਾਂਦਾ ਸੀ, ਮਾਸ਼ਾਅੱਲਾ ਨਰਸਰੀ ਫਾਰਮ। ਜੀ ਜੀ। ਠੀਕ ਹੈ। 35 ਪੁਲੀ 1 ਕਿਲੋਮੀਟਰ ਮਤਲਬ ਉਸ ਤੋਂ ਨਾ ਥੋੜਾ ਜਿਹਾ ਦਿਨ ਆਓਗੇ ਚੱਕਰੀ ਸਾਈਡ ਨੂੰ ਤੇ ਤੁਹਾਨੂੰ ਅੱਗੇ ਨਰਸਰੀ ਦਾ ਮਤਲਬ ਸਾਰਾ ਸਿਸਟਮ ਦਾ ਬੋਰਡ ਵਗੈਰਾ ਤੁਹਾਨੂੰ ਮਿਲੇਗਾ। ਠੀਕ ਹੈ। ਤੁਸੀਂ ਅਗਰ ਉਤਰਨਾ ਹੈ ਤੇ 35 ਪੁਲੀ ਤੇ ਤੁਹਾਨੂੰ ਕਿੰਨੋਂ ਮਿਲ ਸਕਦਾ ਆਪਣੇ ਕੋਲੋਂ ਜੀ? ਗ੍ਰੇਡ ਫਰੂਟ ਮਿੱਠਾ ਜਿਹੜਾ ਪਿਆਉਣ ਤੋਂ ਬਗੈਰ ਕਲਮ ਤੇ ਤਿਆਰ ਹੋਵੇਗਾ। ਠੀਕ ਹੈ। ਠੀਕ ਹੈ। 1 ਸਾਲ ਬਾਅਦ ਅਗਲੇ ਸਾਲ ਤੁਹਾਨੂੰ ਇਨਸ਼ਾਅੱਲਾ ਨਾ ਬਗੈਰ ਬੀ ਤੋਂ ਮਿੱਠਾ ਮਿਲੇਗਾ ਜੀ। ਜੀ ਜੀ। ਉਹਦੇ 'ਚ ਬੀ ਨਹੀਂ ਹੋਵੇਗਾ ਜੀ। ਠੀਕ ਹੈ। ਬੇਰੀ ਮਿਲ ਸਕਦੀ ਹੈ ਬਗੈਰ ਬੀ ਤੋਂ। ਜੀ ਜੀ। ਉਹਦੇ 'ਚ ਬੇਰ ਦੇ ਵਿੱਚ ਨਾ ਗਿੜਕ ਨਹੀਂ ਹੋਵੇਗੀ, ਸੇਬ ਤੇ ਪਿਆਉਣ ਸੇਬ ਵਾਲਾ ਬੀ ਹੋਵੇਗਾ ਉਹਦੇ ਵਿੱਚ। ਠੀਕ ਹੈ। ਮਾਸ਼ਾਅੱਲਾ ਸਰ, ਤੁਸੀਂ ਦਿਲ ਖੁਸ਼ ਕੀਤਾ, ਬੜੀ ਸੋਹਣੀ ਤੇ ਮੁਕੰਮਲ ਤੁਸੀਂ ਮਾਲੂਮਾਤ ਦਿੱਤੀਆਂ ਨੇ। ਮੇਰੇ ਖਿਆਲ ਨਾਲ ਕੋਈ ਐਸਾ ਅਹਿਮ ਸਵਾਲ ਨਹੀਂ ਰਹਿ ਗਿਆ ਜਿਹੜਾ ਪੁੱਛਣਾ ਚਾਹੀਦਾ ਸੀ। ਮਜ਼ੀਦ ਅਗਰ ਕੋਈ ਦੋਸਤ ਕੋਈ ਮਾਲੂਮਾਤ ਲੈਣਾ ਚਾਹੁੰਦਾ ਹੈ, ਭਾਈ ਹਰਾਂ ਦਾ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਭਾਈ ਹਰਾਂ ਨਾਲ ਰਾਬਤਾ ਕਰ ਸਕਦੇ ਹੋ। ਸਰ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਅੱਲਾਹ ਹਾਫਿਜ਼।